ਕੀ ਹੋ ਗਿਆ ਅਜਿਹਾ ਜਿਹੜਾ ਇੱਕਦਮ ਕਾਂਗਰਸ ਚੰਗੀ ਲੱਗਦੀ ਬੀਜੇਪੀ ਚੰਗੀ ਲੱਗੀ। ਸਾਧੂ ਸਿੰਘ ਧਰਮਸੋਤ ਤੁਹਾਡੇ ਸਹੁਰਾ ਸਾਹਿਬ ਲੱਗਦੇ ਨੇ। ਇੱਕ ਬੜਾ ਨਾਜ਼ੁਕ ਰਿਸ਼ਤਾ ਹੁੰਦਾ ਹੈ ਜਵਾਈ ਦਾ ਤੇ ਸਹੁਰੇ ਦਾ। ਜੇਕਰ ਕੱਲ੍ਹ ਨੂੰ ਇੱਦਾਂ ਦੀ ਕੋਈ ਸਿਚੁਏਸ਼ਨ ਆ ਜਾਂਦੀ ਹੈ ਕਿ ਪਾਰਟੀ ਹੁਕਮ ਕਰ ਦਿੰਦੀ ਹੈ ਕਿ ਨਾਭੇ ਦੇ ਵਿੱਚ ਜਾ ਕੇ ਧਰਮਸੋਤ ਉਹਨਾਂ ਦੇ ਖਿਲਾਫ ਪਰਚਾ। ਕਾਂਗਰਸ ਪਾਰਟੀ ਦੇ ਵਿੱਚ ਇੱਕ ਪ੍ਰੋਟੋਕੋਲ ਆ ਵੀ ਪਹਿਲਾਂ ਸਰਵੇ ਕਰਵਾਓ, ਇੱਕ ਸਰਵੇ ਕਰਵਾਓ, 2 ਸਰਵੇ ਕਰਵਾਓ, 3 ਸਰਵੇ ਕਰਵਾਓ। ਤਿੰਨਾਂ ਦੇ ਵਿੱਚ ਸਰਵਿਆਂ ਦੇ ਵਿੱਚ ਗੁਰਪ੍ਰੀਤ ਸਿੰਘ ਜੀ ਵੀ 10 ਤੋਂ 15,000 ਤੇ ਹਾਰ ਰਿਹਾ ਹੈ। ਫਿਰ ਮੈਨੂੰ ਦੱਸੋ ਫਿਰ ਟਿਕਟ ਕਿਹਦੀ ਬਣਦੀ ਆ? ਮੰਨਦੇ ਹੋ ਫਿਰ ਕਿ ਟਿਕਟ ਕਰਕੇ ਛੱਡਿਆ ਕਿ ਮੈਨੂੰ ਟਿਕਟ ਨਹੀਂ ਦਿੱਤੀ ਮੈਂ ਚੱਲਿਆ ਜੀ? ਨਹੀਂ ਬਾਈ ਜੀ, ਤੁਸੀਂ ਕਹਿ ਰਹੇ ਹੋ ਹੁਣ ਬੀਜੇਪੀ ਜਿੱਤੂ? ਹਾਂ ਬਿਲਕੁਲ ਬੀਜੇਪੀ ਜਿੱਤੇਗੀ, ਹੋਰ ਕਿਹਨੇ ਜਿੱਤਣਾ? ਹਾਲੇ ਤਾਂ ਬੇਸ਼ੱਕ ਖੇਤੀ ਕਾਨੂੰਨ ਜਿਹੜੇ ਨੇ ਰੱਦ ਹੋ ਚੁੱਕੇ ਨੇ, ਪਰ ਕਿਸਾਨ ਤਾਂ ਕਹਿੰਦੇ ਕਿ 750 ਕਿਸਾਨਾਂ ਦੀ ਕਾਤਲ ਪਾਰਟੀ ਹੈ। ਤੁਸੀਂ ਕਹਿ ਰਹੇ ਹੋ ਬੀਜੇਪੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਮਾਫੀ ਮੰਗ ਰਹੇ ਨੇ। ਕਿਸਾਨ ਕੀਤਾ ਕਾਂਗਰਸ ਦੇ ਵਿੱਚ ਤੁਸੀਂ ਕਿਹਾ ਕਿ ਜੀਪੀ ਹਾਰ ਰਿਹਾ ਸੀ, ਮੈਂ ਜਿੱਤ ਰਿਹਾ ਸੀ। ਸਰਵੇ ਦੇ ਵਿੱਚ ਟਿਕਟ ਮੇਰੀ ਕੱਟੀ ਗਈ। ਮੰਤਰੀ ਦਾ ਜਵਾਈ ਹੋਵੇ, ਮੰਤਰੀ ਤੋਂ ਬਾਗੀ ਹੋ ਕੇ ਖੜ ਜਾਵੇ, ਪਰਿਵਾਰਕ ਰਿਸ਼ਤਿਆਂ ਤਾਂ ਨਹੀਂ ਅਸਰ ਪਊਗਾ? ਮੋਦੀ ਜੀ ਸਾਡੇ ਵਾਸਤੇ, ਦੇਸ਼ ਵਾਸਤੇ, ਆਪਣੇ ਸੂਬੇ ਵਾਸਤੇ ਕੁਝ ਦੇ ਕੇ ਚੱਲੇ ਸੀ, ਇਹਨਾਂ ਨੂੰ ਲੈਣਾ ਨਹੀਂ ਆਇਆ। ਗਲਤ ਗੱਲ। ਕਿਹਨੂੰ ਨਹੀਂ ਲੈਣਾ ਆਇਆ? ਸੂਬੇ ਦੇ ਲੋਕ, ਮਤਲਬ ਸਾਰਾ ਪੰਜਾਬ। ਸੂਬੇ ਦੇ ਲੋਕ ਨਹੀਂ। ਤੁਸੀਂ ਕਿਹਾ ਇਹਨਾਂ ਨੂੰ ਲੈਣਾ ਨਹੀਂ ਆਇਆ? ਫਿਰ ਤਾਂ ਸਰਕਾਰ ਦੇਣਾ ਪੰਜਾਬ ਨੂੰ ਸੀ। ਮੈਂ ਸਰਕਾਰ ਪੰਜਾਬ ਦੇ ਲੋਕਾਂ ਨੂੰ। ਪੰਜਾਬ ਸਰਕਾਰ ਦੀ ਗੱਲ ਕਰ ਰਿਹਾ ਮੈਂ ਬਾਈ ਜੀ। ਪੰਜਾਬ ਦੇ ਲੋਕਾਂ ਦੇ ਲੱਤ ਮਾਰੀ ਹੈ ਇਹਨਾਂ ਨੇ, ਪੰਜਾਬ ਸਰਕਾਰ ਨੇ। ਨੈਸ਼ਨਲ ਪਾਰਟੀ ਸੈਂਟਰ ਦੇ ਵਿੱਚ ਸਰਕਾਰ ਜੀ ਸਰਕਾਰ ਬਣਾਉਣ ਦਾ ਪੰਜਾਬ ਦੇ ਵਿੱਚ ਦਾਅਵਾ ਕਰਦੇ ਆ, ਜਿੱਥੇ ਅੱਜ ਤੱਕ ਕਮਲ ਜਿਹੜਾ ਖਿੜਿਆ ਨਹੀਂ ਜੀ, ਕੈਂਡੀਡੇਟ ਪੂਰੇ ਨਹੀਂ ਕਰ ਸਕਦੇ। ਤੇ ਚੱਲੇ ਫਿਰਦੇ ਹੋ, ਲਾਈਨਾਂ ਲੱਗੀਆਂ ਪਈਆਂ ਨੇ। ਇਹ ਗੱਲ ਛੱਡ ਦਿਓ। ਦਲ ਬਦਲੂਆਂ ਦੀ ਦਲ ਬਦਲੋ ਦੀ ਨਹੀਂ, ਕੈਂਡੀਡੇਟ ਬਦਲੂਆਂ ਦੀਆਂ ਬਾਈ ਜੀ। ਦਲ ਬਦਲ ਕੇ ਹੀ ਟਿਕਟ ਤੁਸੀਂ ਟਿਕਟ ਦਾ ਦਾਅਵਾ ਕਰ ਰਹੇ ਹੋ। ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ। ਮੈਂ ਸੰਸਾਰਦੀਪ। ਪੰਜਾਬ ਦੇ ਵਿੱਚ ਜੇਕਰ ਮੌਸਮ ਦੀ ਗੱਲ ਕਰੀਏ ਤਾਂ ਠੰਡ ਪੂਰੇ ਆਪਣੇ ਜੋਬਨ ਦੇ ਉੱਪਰ ਆ। ਠੰਡਾ ਮੌਸਮ ਹੋਇਆ, ਪਰ ਜੇਕਰ ਸਿਆਸੀ ਮੌਸਮ ਦੀ ਗੱਲ ਕਰੀਏ ਤਾਂ ਸਿਆਸੀ ਮੌਸਮ ਪੂਰੀ ਤਰ੍ਹਾਂ ਦੇ ਨਾਲ ਗਰਮਾਇਆ ਹੋਇਆ। ਹਰ ਪਾਰਟੀ ਆਪਣੀ ਜਿੱਤ ਦਾ ਦਾਅਵਾ ਕਰਦੇ ਹੋਏ ਚੋਣ ਮੈਦਾਨ ਦੇ ਵਿੱਚ ਉਤਰ ਚੁੱਕੀ ਆ। ਖੇਤੀ ਕਾਨੂੰਨ ਰੱਦ ਕਰਨ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਪੰਜਾਬ ਵਿਧਾਨ ਸਭਾ ਦੇ ਵਿੱਚ ਜਿੱਤ ਦਾ ਹੁੰਗਾਰਾ ਭਰ ਰਹੀ ਹੈ, ਜਿੱਤ ਦੇ ਦਾਅਵੇ ਕਰ ਰਹੀ ਹੈ। ਨਿੱਤ ਨਵੀਆਂ ਸ਼ਖਸੀਅਤਾਂ ਜਿਹੜੀਆਂ ਨੇ ਲਗਾਤਾਰ ਭਾਰਤੀ ਜਨਤਾ ਪਾਰਟੀ ਪੰਜਾਬ ਦੀ ਟੀਮ ਦੇ ਵਿੱਚ ਸ਼ਾਮਲ ਹੋ ਰਹੀਆਂ ਨੇ। ਪਿੱਛੇ ਜੇ ਕੁਝ ਦਿਨ ਪਹਿਲਾਂ ਇੱਕ ਖਬਰ ਬੜੀ ਤੇਜ਼ੀ ਦੇ ਨਾਲ ਵਾਇਰਲ ਹੁੰਦੀ ਹੈ ਕਿ ਪੰਜਾਬ ਸਰਕਾਰ ਦੇ ਵਿੱਚ ਮੰਤਰੀ ਰਹਿ ਚੁੱਕੇ ਸਾਧੂ ਸਿੰਘ ਧਰਮਸੋਤ ਦੇ ਜਵਾਈ ਜਿਹੜੇ ਨੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ। ਆਖਰ ਮਜਬੂਰੀ ਕੀ ਹੁੰਦੀ ਆ ਕਿ ਇੱਕ ਮੰਤਰੀ ਦਾ ਜਵਾਈ ਕਾਂਗਰਸ ਛੱਡ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੁੰਦਾ ਹੈ? ਗੱਲਬਾਤ ਕਰਨ ਲਈ ਅਸੀਂ ਉਹਨਾਂ ਦੇ ਕੋਲ ਪਹੁੰਚੇ ਹਾਂ। ਬਾਈ ਕੁਲਦੀਪ ਸਿੰਘ ਸਿੱਧੂਪੁਰ ਸਾਡੇ ਨਾਲ ਮੌਜੂਦ ਨੇ, ਜਿਹੜੇ ਨਵੇਂ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਨੇ। ਗੱਲਬਾਤ ਕਰਦੇ ਹਾਂ। ਬਾਈ ਜੀ ਬਹੁਤ ਬਹੁਤ ਸਵਾਗਤ। ਪਹਿਲਾਂ ਧੰਨਵਾਦ ਜੀ। ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਦੇਖ ਰਹੇ ਸਾਰੇ ਮੇਰੇ ਸੱਜਣ ਮਿੱਤਰ ਦੋਸਤ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਈ ਕੀ ਹੋ ਗਿਆ ਅਜਿਹਾ ਜਿਹੜਾ ਇੱਕਦਮ ਕਾਂਗਰਸ ਚੰਗੀ ਲੱਗਦੀ ਬੀਜੇਪੀ ਚੰਗੀ ਲੱਗਣ ਲੱਗੀ? ਇਹ ਤੁਹਾਡਾ ਸਵਾਲ ਬਿਲਕੁਲ ਜਾਇਜ਼ ਹੈ। ਕਾਂਗਰਸ ਚੰਗੀ ਲੱਗਦੀ ਸੀ ਤਾਂ ਹੀ ਕਾਂਗਰਸ ਦੇ ਵਿੱਚ ਲਗਾਤਾਰ ਸੇਵਾਵਾਂ ਨਿਭਾਉਂਦੇ ਹੋਏ ਕੰਮ ਕੀਤਾ, ਜ਼ਬਰਦਸਤ ਤਰੀਕੇ ਦੇ ਨਾਲ ਕੰਮ ਕੀਤਾ। ਹਲਕਾ ਬਸੀ ਪਠਾਣਾ ਦੇ ਵਿੱਚ ਮੈਂ ਕੰਪੇਨਿੰਗ ਪਾਰਟੀ ਦਾ ਪ੍ਰਚਾਰ, ਕਾਂਗਰਸ ਪਾਰਟੀ ਦਾ ਪ੍ਰਚਾਰ ਡੋਰ ਟੂ ਡੋਰ ਕੀਤਾ। ਪਰ ਕਾਂਗਰਸ ਨੂੰ ਮੈਂ ਵਧੀਆ ਨਹੀਂ ਲੱਗਿਆ, ਪਾਰਟੀ ਨੇ ਮੈਨੂੰ ਛੱਡਿਆ, ਮੈਂ ਨਹੀਂ ਪਾਰਟੀ ਨੂੰ ਛੱਡਿਆ। ਨਹੀਂ, ਪਾਰਟੀ ਨੂੰ ਵਧੀਆ ਨਹੀਂ ਲੱਗਿਆ ਦਾ ਮਤਲਬ ਫਿਰ ਹੁਣ ਤਾਂ ਫਿਰ ਇਹੀ ਇਸ਼ਾਰਾ ਆਪਾਂ ਸਮਝੀਏ ਕਿ ਜੀ ਵਧੀਆ ਨਹੀਂ ਲੱਗਿਆ, ਬਸੀ ਪਠਾਣਾ ਹਲਕੇ ਤੋਂ ਜੀਪੀ ਜੀ ਨੂੰ ਟਿਕਟ ਦਿੱਤੀ, ਸਿੱਧੂਪੁਰ ਨੂੰ ਟਿਕਟ ਨਹੀਂ ਦਿੱਤੀ, ਚਲੋ ਜੀ ਮਾਰੋ ਲੱਤ। ਟਿਕਟ ਦੀ ਗੱਲ ਸੁਣ ਲਓ। ਕਾਂਗਰਸ ਪਾਰਟੀ ਦੇ ਵਿੱਚ ਇੱਕ ਪ੍ਰੋਟੋਕੋਲ ਆ ਵੀ ਪਹਿਲਾਂ ਸਰਵੇ ਕਰਵਾਓ, ਇੱਕ ਸਰਵੇ ਕਰਵਾਓ, 2 ਸਰਵੇ ਕਰਵਾਓ, 3 ਸਰਵੇ ਕਰਵਾਓ। ਤਿੰਨਾਂ ਦੇ ਵਿੱਚ ਸਰਵਿਆਂ ਦੇ ਵਿੱਚ ਗੁਰਪ੍ਰੀਤ ਸਿੰਘ ਜੀ ਵੀ 10 ਤੋਂ 15,000 ਤੇ ਹਾਰ ਰਿਹਾ ਹੈ। ਫਿਰ ਮੈਨੂੰ ਦੱਸੋ ਫਿਰ ਟਿਕਟ ਕਿਹਦੀ ਬਣਦੀ ਆ? ਹਾਰਨ ਵਾਲੇ ਕਿ ਜਿੱਤਣ ਵਾਲੇ ਦੀ? ਤੁਸੀਂ ਮੰਨਦੇ ਹੋ ਫਿਰ ਕਿ ਟਿਕਟ ਕਰਕੇ ਛੱਡਿਆ ਕਿ ਮੈਨੂੰ ਟਿਕਟ ਨਹੀਂ ਦਿੱਤੀ ਮੈਂ ਚੱਲਿਆ ਜੀ? ਨਹੀਂ ਬਾਈ ਜੀ, ਤੁਸੀਂ ਕਹਿ ਰਹੇ ਹੋ ਹੁਣ। ਮੇਰੀ ਗੱਲ ਸੁਣੋ, ਮੈਂ ਤੁਹਾਨੂੰ ਦੱਸ ਰਿਹਾ ਸਰਵੇ ਦਾ ਮਤਲਬ ਕੀ ਹੁੰਦਾ। ਮੇਰਾ ਪੈਨਲ ਦੇ ਵਿੱਚ ਨਾਮ ਗਿਆ ਯਾਰ, ਪੈਨਲ ਦੇ ਵਿੱਚ ਨਾਮ ਗਿਆ, ਉੱਥੇ ਮੈਂ ਜਿੱਤ ਰਿਹਾ, ਸਰਵੇ ਦੇ ਵਿੱਚ ਮੈਂ ਜਿੱਤ ਰਿਹਾ। ਤੇ ਫਿਰ ਪਾਰਟੀ ਕਿੱਥੇ ਗਈ ਸੀ? ਪਾਰਟੀ ਤਾਂ ਕਾਂਗਰਸ ਪਾਰਟੀ ਤਾਂ ਵੱਡੀਆਂ ਹੁੰਗਾਰਾਂ ਭਰ ਰਹੀ ਹੈ ਕਿ ਅਸੀਂ ਸਰਕਾਰ ਬਣਾਵਾਂਗੇ। ਫਿਰ ਪਾਰਟੀ ਨੇ ਤਾਂ ਜਿੱਤਣੇ ਵਾਲੇ ਕੈਂਡੀਡੇਟ ਨੂੰ, ਮੇਰੀ ਗੱਲ ਪੂਰੀ ਹੋਣ ਦਿਓ, ਪਾਰਟੀ ਨੇ ਤਾਂ ਹੁਣ ਜਿੱਤਣੇ ਵਾਲੇ ਕੈਂਡੀਡੇਟ ਨੂੰ ਟਿਕਟ ਦੇਣੀ ਹੁੰਦੀ ਹੈ ਕਿਸੇ ਵੀ ਪਾਰਟੀ ਨੇ। ਤੁਸੀਂ ਕਹਿ ਰਹੇ ਹੋ ਕਿ ਜੀਪੀ ਹਾਰ ਰਿਹਾ, ਹੋ ਸਕਦਾ ਪਾਰਟੀ ਦੇ ਅੰਦਰੂਨੀ ਮਾਮਲਿਆਂ ਦੇ ਵਿੱਚ ਜਾਂ ਅੰਦਰੂਨੀ ਸਰਵਿਆਂ ਦੇ ਵਿੱਚ ਜੀਪੀ ਜਿੱਤਦਾ ਹੋਵੇ। ਨਹੀਂ, ਜਿੱਤ ਲਵੇ ਜੀ, 15 ਤੋਂ 20,000 ਤੇ ਹਰਾ ਕੇ ਭੇਜਾਂਗੇ, ਜਿੱਤ ਲਵੇ। ਬੀਜੇਪੀ ਜਿੱਤੂ? ਹਾਂ ਬਿਲਕੁਲ ਬੀਜੇਪੀ ਜਿੱਤੇਗੀ, ਹੋਰ ਕਿਹਨੇ ਜਿੱਤਣਾ?
ਗੱਲ ਹਾਂਜੀ 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 ਬਾਈ ਜੀ ਹਾਂਜੀ। ਵਿਰੋਧ ਹਲੇ ਤਾਂ ਬੇਸ਼ੱਕ ਖੇਤੀ ਕਾਨੂੰਨ ਜਿਹੜੇ ਨੇ ਰੱਦ ਹੋ ਚੁੱਕੇ ਨੇ, ਪਰ ਕਿਸਾਨ ਤਾਂ ਕਹਿੰਦੇ ਕਿ 750 ਕਿਸਾਨਾਂ ਦੀ ਕਾਤਲ ਪਾਰਟੀ ਹੈ। ਤੁਸੀਂ ਕਹਿ ਰਹੇ ਹੋ ਬੀਜੇਪੀ ਨਹੀਂ ਦੇਖੋ ਗੱਲ ਸੁਣੋ, ਨਰਿੰਦਰ ਮੋਦੀ ਜੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ, ਠੀਕ ਹੈ ਜੀ। ਪਾਰਟੀ ਤੋਂ ਇਲਾਵਾ ਪਹਿਲਾਂ ਸਭ ਤੋਂ ਪਹਿਲਾਂ ਉਹ ਇੱਕ ਜਿਹੜੀ ਸੀਟ ਤੇ ਬੈਠੇ ਨੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ, ਇੱਕ ਐਡੀ ਸ਼ਖਸੀਅਤ ਪੰਜਾਬ ਦੇ ਲੋਕਾਂ ਤੋਂ, ਹਿੰਦੁਸਤਾਨ ਦੇ ਲੋਕਾਂ ਤੋਂ ਹੱਥ ਜੋੜ ਕੇ ਮਾਫੀ ਮੰਗ ਰਿਹਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਮਾਫੀ ਮੰਗ ਰਹੇ ਨੇ। ਆਸਾਨ ਕੀਤਾ ਨਹੀਂ ਮੇਰੀ ਪਹਿਲਾਂ ਗੱਲ ਸੁਣੋ, ਗੱਲ ਦਾ ਮੈਂ ਜਵਾਬ ਦੇ ਰਿਹਾ। ਉਹ ਹੱਥ ਜੋੜ ਕੇ ਮਾਫੀ ਮੰਗ ਰਹੇ ਨੇ ਵੀ ਮੇਰੇ ਕੋਲੋਂ ਗਲਤੀ ਹੋ ਗਈ, ਮੈਂ ਕਿਸਾਨ ਸਾਡੇ ਵੀਰਾਂ ਨੂੰ ਸਮਝਾ ਨਹੀਂ ਸਕਿਆ, ਔਰ ਮੈਂ ਤਿੰਨੇ ਕ੍ਰਿਸ਼ੀ ਕਾਲੇ ਕਾਨੂੰਨ ਮੈਂ ਵਾਪਸ ਲੈ। ਹਾਲੇ ਵੀ ਬਾਈ ਜੀ ਤੁਸੀਂ ਕਹਿ ਰਹੇ ਹੋ ਸਮਝਾ ਨਹੀਂ ਸਕਿਆ, ਜਦੋਂ 750 ਮਾਰਿਆ ਗਿਆ ਜਿਨ੍ਹਾਂ ਨੇ ਕਦੇ ਵਾਪਸ ਨਹੀਂ ਆਉਣਾ ਹੈਗਾ। ਹਲੇ ਵੀ ਪ੍ਰਧਾਨ ਮੰਤਰੀ ਕਿਸਾਨ ਤਾਂ ਇਹੀ ਕਹਿ ਰਹੇ ਨੇ, ਕਹਿੰਦੇ ਹਲੇ ਵੀ ਮਾਫੀ ਕਹਿ ਰਹੇ ਨੇ ਕਿ ਮੈਂ ਸਮਝਾ ਨਹੀਂ ਸਕਿਆ। ਉਹਨਾਂ ਨੇ ਇਹ ਨਹੀਂ ਕਿਹਾ ਕਿ ਕਾਨੂੰਨ ਗਲਤ ਸੀਗੇ। ਯਾਰ ਕਾਨੂੰਨ ਵਾਪਸ ਹੋ ਗਏ, ਜੇ ਗਲਤ ਤੁਸੀਂ ਮੰਨ ਲਓ, ਤੁਹਾਡੀ ਗੱਲ ਤੇ ਮੈਂ ਆ ਜਾਣਾ, ਵਾਪਸ ਕਰ ਲੈ ਨਾ, ਮਾਫੀ ਮੰਗ ਕੇ ਵਾਪਸ ਕਰ ਲੈ। ਗਲਤ ਸੀਗੇ, ਗਲਤ ਸੀਗੇ। ਦੇਖ ਯਾਰ ਫੇਰ ਉਹੀ ਗੱਲ, ਗਲਤ ਸੀਗੇ ਜਾਂ ਨਹੀਂ ਸੀਗੇ? ਉਹ ਕਹਿੰਦੇ ਵੀ ਜੇ ਮੈਂ ਨਹੀਂ ਸਮਝਾ ਸਕਿਆ ਤਾਂ ਫਿਰ ਉਹਨਾਂ ਨੇ ਵਾਪਸ ਕਰ ਲਏ। ਯਾਰ ਕਾਨੂੰਨ ਵਾਪਸ ਕਰ ਲਏ, ਬੜੀ ਤਕੜੀ ਗੱਲ ਹੈ। ਇਹ ਕੁਰਬਾਨੀ ਕਿਹਨੇ ਦਿੱਤੀ ਹੈ? ਬੀਜੇਪੀ ਨੇ ਦਿੱਤੀ ਹੈ, ਭਾਰਤੀ ਜਨਤਾ ਪਾਰਟੀ ਨੇ ਇਹ ਕੁਰਬਾਨੀ ਦਿੱਤੀ ਹੈ, ਕਿਸਾਨਾਂ ਦੀ ਮੰਗ ਨੂੰ ਮੰਨਿਆ, ਬਹੁਤ ਤਕੜਾ ਨਿਰਣੇ ਲਿਆ। ਕਹਿੰਦੇ ਕਿ ਮੋਦੀ ਸਾਹਿਬ ਨੇ ਹੀ ਕਾਨੂੰਨ ਬਣਾਏ ਸੀਗੇ, 750 ਜਾਨਾਂ ਲੈਣ ਤੋਂ ਬਾਅਦ ਚਲੋ ਜੀ ਮਾਫੀ ਮੰਗ ਕੇ ਆਪਣਾ ਸਾਈਡ ਤੇ ਹੋ ਗਏ। ਸਾਰੇ ਵਿੱਚੇ ਸੀਗੇ ਬਣਾਉਣ ਵਾਲੇ, ਜਦੋਂ ਉੱਥੇ ਜਦੋਂ ਮਤੇ ਪਏ ਨੇ ਉੱਥੇ ਯਾਰ ਲੋਕ ਸਭਾ ਦੇ ਵਿੱਚ, ਤਾਂ ਸਾਰੇ ਵਿੱਚੇ ਸੀਗੇ। ਕਿਹੜੇ ਵਿੱਚ ਸੀਗੇ? ਨਾਂ ਤਾਂ ਹੁਣ ਤੁਸੀਂ ਦੇਖ ਲਓ ਕੌਣ ਮਿਨਿਸਟਰ ਸੀ, ਕੌਣ ਲੋਕ ਸਭਾ ਦਾ ਮੈਂਬਰ ਸੀ, ਤੁਸੀਂ ਤੁਹਾਨੂੰ ਆਪ ਜਾਣਕਾਰੀ ਹੈ ਸਾਰੀ। ਕੈਮਰੇ ਦੱਸ ਦਿਓ, ਕੈਮਰੇ ਦਾ ਨਹੀਂ ਪੱਤਰਕਾਰ, ਤੁਹਾਨੂੰ ਸਭ ਪਤਾ ਕੌਣ ਕੌਣ ਨਾਲ ਸੀਗੇ, ਸਭ ਸੀਗੇ ਨਾਲ। ਲੇਟ ਕਰਾਉਣ ਦਾ ਕਾਨੂੰਨ ਪਹਿਲਾਂ ਹੀ ਵਾਪਸ ਹੋ ਜਾਣੇ ਸੀ, ਲੇਟ ਕਰਾਉਣ ਦਾ ਕਾਰਨ ਇਹ ਵੀ ਰਿਹਾ ਬੜਾ ਤਕੜਾ, ਸ਼ਹਿਬਾਜੀ ਦੇ ਨਾਲ ਵੀ ਇਹਨੂੰ ਡਿਲੇ ਕੀਤਾ ਜਾਵੇ। ਬਾਈ ਕਾਂਗਰਸ ਦੇ ਵਿੱਚ ਤੁਸੀਂ ਕਿਹਾ ਕਿ ਜੀਪੀ ਹਾਰ ਰਿਹਾ ਸੀ, ਮੈਂ ਜਿੱਤ ਰਿਹਾ ਸੀ ਸਰਵੇ ਦੇ ਵਿੱਚ, ਟਿਕਟ ਮੇਰੀ ਕੱਟੀ ਗਈ। ਮੰਤਰੀ ਦਾ ਜਵਾਈ ਹੋਵੇ, ਮੰਤਰੀ ਤੋਂ ਬਾਗੀ ਹੋ ਕੇ ਖੜ ਜਾਵੇ, ਪਰਿਵਾਰਕ ਰਿਸ਼ਤਿਆਂ ਤਾਂ ਨਹੀਂ ਅਸਰ ਪਊਗਾ? ਦੇਖੋ ਪਰਿਵਾਰਕ ਰਿਸ਼ਤੇ ਠੀਕ ਹੈ ਮੈਟਰ ਕਰਦੇ ਨੇ, ਪਰ ਪਾਰਟੀ ਆਪਣੀ ਜਗ੍ਹਾ, ਜਿੱਥੇ ਪਹਿਲਾਂ ਕਾਂਗਰਸ ਪਾਰਟੀ ਦਾ ਝੰਡਾ ਬੁਲੰਦ ਰੱਖਿਆ, ਹਰ ਵਰਕਰਾਂ ਦੇ ਵਿੱਚ ਜਾ ਕੇ ਪਹਿਲਾਂ 4 ਸਾਲ ਗੁਰਪ੍ਰੀਤ ਸਿੰਘ ਜੀਪੀ ਕਿੱਥੇ ਸੀ? ਉਦੋਂ ਮੈਂ ਪੈਰਾਂ 'ਚ ਬੂਟ ਵੀ ਨਹੀਂ ਪਾਏ, ਮੈਂ ਹਲਕੇ ਦੇ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਜਾ ਕੇ ਲੋਕਾਂ ਨਾਲ ਵਿਚਰਦਾ ਰਿਹਾ। ਮੇਰਾ ਰਿਕਾਰਡ ਚੈੱਕ ਕਰੋ ਯਾਰ ਹਲਕੇ ਦੇ ਵਿੱਚ, ਜੇ ਮੈਂ ਗਲਤ ਹਾਂ ਤੁਸੀਂ ਬਿੱਲ ਨੂੰ ਕਹਿ ਦਿਓ ਠੋਕ ਕੇ ਕੈਮਰੇ ਦੇ ਸਾਹਮਣੇ ਵੀ ਤੂੰ ਗਲਤ ਹੈ ਯਾਰ, ਤੂੰ ਬੈਠ ਕਰੇ, ਮੈਂ ਬਹਿ ਜਾਊਂਗਾ। ਪਰ ਵਰਕਰਾਂ ਦੀ ਕਦਰ ਕੀਤੀ ਹੈ ਯਾਰ ਮੈਂ। ਜੇ ਪਾਰਟੀ ਕਦਰ ਨਹੀਂ ਕਰਦੀ, ਸਲੂਟ ਹੈ ਪਾਰਟੀ ਨੂੰ, ਅਲਵਿਦਾ ਕਹਿਤਾ ਯਾਰ। ਵਰਕਰਾਂ ਦੀ ਜਿੱਥੇ ਕਦਰ ਨਹੀਂ, ਭਾਰਤੀ ਜਨਤਾ ਪਾਰਟੀ ਨੇ ਵਰਕਰ ਦੀ ਕਦਰ ਕਰਦੀ ਹੈ, ਗਰਾਊਂਡ ਦੀ ਪਾਰਟੀ ਹੈ। ਮੈਂ ਜੀ ਵੀ ਕਹਿਣਾ ਗਰਾਊਂਡ ਦੀ ਪਾਰਟੀ, ਵਰਕਰ ਦੀ ਕਦਰ ਹੁੰਦੀ ਹੈ, ਔਰ ਸਲੂਟ ਹੈ ਪਾਰਟੀ ਨੂੰ ਯਾਰ। ਤੁਸੀਂ ਕਹਿ ਰਹੇ ਹੋ ਬਾਈ ਜੀ ਵਰਕਰਾਂ ਦੀ ਕਦਰ ਨਹੀਂ ਕਰਦੀ ਹੈ ਜੀ ਕਾਂਗਰਸ ਜੀ। ਜਦੋਂ ਆਪਣੀ ਪਹਿਲਾਂ ਗੱਲ ਹੁੰਦੀ ਸੀ ਤੁਸੀਂ ਕਾਂਗਰਸ ਦੇ ਛੋਲੇ ਗਾਉਂਦੇ ਸੀ ਕਿ ਵਿਕਾਸ ਕੀਤਾ ਕਾਂਗਰਸ ਨੇ ਇਹ ਕੀਤਾ। ਇੱਕ ਬਾਈ ਜੀ ਟਿਕਟ ਵਿਕਾਸ ਕਰਨੇ ਵਾਲੀ ਪਾਰਟੀ ਤੋਂ ਮੁੱਖ ਮੋੜਨਾ ਟਿਕਟ ਕਰਕੇ। ਨਰਿੰਦਰ ਮੋਦੀ ਜੀ ਨੇ ਪੰਜਾਬ ਦੇ ਵਿੱਚ ਜਿਹੜਾ ਕਿਸੇ ਵੀ ਪਿੰਡਾਂ ਦੇ ਵਿੱਚ, ਤੁਹਾਨੂੰ ਮੈਂ ਜਾਣਕਾਰੀ ਦੇ ਦੇਵਾਂ, ਸ਼ਾਮਾ ਪ੍ਰਸਾਦ ਸਕੀਮ ਦੇ ਤਹਿਤ ਜਿਹੜਾ ਪੈਸਾ ਲੱਗਿਆ ਹੈ ਪੰਜਾਬ ਸਰਕਾਰ ਦਾ, ਕਿਹੜਾ ਪੈਸਾ ਪਿੰਡਾਂ ਦੇ ਵਿੱਚ ਲੱਗਿਆ? ਦੱਸੋ ਮੈਨੂੰ, ਕਿਹੜਾ ਪ੍ਰੋਜੈਕਟ ਪਿੰਡਾਂ ਦੇ ਵਿੱਚ ਲੱਗਿਆ ਜਿਹੜਾ ਪੰਜਾਬ ਨੇ ਦਿੱਤਾ? ਦੇਖੋ ਜੇ 10 ਲੱਖ ਦੀ ਗ੍ਰਾਂਟ ਆਈ ਹੈ, ਸੈਂਟਰ ਦੀ ਆਈ ਹੈ, ਲੱਖ ਰੁਪਏ ਆਪਣੇ ਕੋਲੋਂ ਐਮਐਲਏ ਨੇ ਦੇਤਾ, ਲੋਕਲ ਨੇ, ਪੰਜਾਬ ਸਰਕਾਰ ਨੇ, ਕੋਈ ਬੜੀ ਗੱਲ ਨਹੀਂ ਹੈ ਇਹ। ਮੈਂ ਨਹੀਂ ਸਮਝਦਾ ਇਹ ਬੜੀ ਗੱਲ। ਪੰਜਾਬ ਸਰਕਾਰ ਨੇ ਫਿਰ ਤੁਸੀਂ ਜੋ ਮੈਨੂੰ ਪਹਿਲਾਂ ਕਹਿੰਦੇ ਰਹੇ ਹੋ, ਮੇਰੇ ਕੋਲ ਉਹ ਰਿਕਾਰਡ ਪਏ ਨੇ, ਔਨ ਰਿਕਾਰਡ ਪਏ ਨੇ, ਤੁਸੀਂ ਕਹਿੰਦੇ ਸੀ ਇਹ ਸਕੀਮ ਆਈ, ਫਿਰ ਉਹ ਤੁਸੀਂ ਝੂਠ ਬੋਲਦੇ ਸੀ। ਨਹੀਂ ਦੇਖੋ ਮੈਂ ਤੁਹਾਨੂੰ ਦੱਸਦਾ, ਸੈਂਟਰ ਜਦੋਂ ਉਸ ਸਮੇਂ ਕਹਿੰਦੇ ਨਾ ਤੁਸੀਂ, ਉਸ ਸਮੇਂ ਕਹਿੰਦੇ ਕਿ ਬਾਈ ਜੀ ਸੈਂਟਰ ਸਰਕਾਰ ਦੀਆਂ ਸਕੀਮਾਂ ਨੇ, ਪੰਜਾਬ ਸਰਕਾਰ ਕੁਝ ਨਹੀਂ ਦੇ ਰਹੀ। ਸੈਂਟਰ ਸਰਕਾਰ ਦੀਆਂ ਹੈ ਹੀ ਸਕੀਮਾਂ ਯਾਰ, ਇੱਥੇ ਕੋਈ ਨਜਾਣ ਥੋੜੀ ਨੇ ਲੋਕ। ਆਟਾ ਦਾਲ ਸਕੀਮ ਕਿਹਦੀ ਹੈ? ਕੱਚੇ ਮਕਾਨਾਂ ਵਾਲੀ ਸਕੀਮ ਕਿਹਦੀ ਹੈ? ਠੀਕ ਹੈ ਜੀ। ਹੋਰ ਸਕੀਮਾਂ ਜਿਹੜੀਆਂ ਸੈਂਟਰ ਦੀਆਂ ਆ ਰਹੀਆਂ ਨੇ, ਕੋਈ ਆਪਣਾ ਵੈਕਸੀਨੇਸ਼ਨ ਦੇ ਵਿੱਚ ਜਿਹੜੇ ਤੁਸੀਂ ਇਹ ਇੱਕ ਟੀਕਾ ਜਾਂ ਗੱਲ ਕਰੀਏ ਆਪਾਂ 5000 ਮਿਨੀਮਮ ਕੀਮਤ ਹੋ ਸਕਦੀ ਹੈ ਇਹਦੀ, ਜਿਹੜੀ ਕਿ ਪੂਰੇ ਭਾਰਤ ਦੇ ਵਿੱਚ ਫ੍ਰੀ ਦਿੱਤੀ ਜਾ ਰਹੀ ਹੈ। ਸਾਰੇ ਦੇਸ਼ਾਂ ਦੇ ਵਿੱਚ ਫ੍ਰੀ ਯਾਰ ਫਿਰ ਦਿੱਤੀ ਜਾ ਰਹੀ ਹੈ ਨਾ। ਕੌਣ ਕਿਹਨੂੰ ਜਾਂਦਾ ਇਹਦਾ ਕ੍ਰੈਡਿਟ? ਨਰਿੰਦਰ ਮੋਦੀ ਜੀ ਨੂੰ ਜਾਂਦਾ ਹੈ। ਦੇਸ਼ ਦੇ ਅਹੁਦੇਦਾਰ ਨੇ ਜੀ, ਦੇਸ਼ ਦੇ ਇੱਕ ਮੁਖੀ ਨੇ, ਤਾਂ ਉਹਨਾਂ ਦਾ ਤਾਂ ਜ਼ਿੰਮੇਵਾਰੀ ਆ ਕੋਈ। ਤੁਸੀਂ ਕ੍ਰੈਡਿਟ ਇੱਥੇ ਕ੍ਰੈਡਿਟ ਗੇਮ ਤਾਂ ਚੱਲ ਨਹੀਂ ਰਹੀ ਕਿ ਜੇ ਮੈਂ ਟੀਕਾ ਲਗਵਾਤਾ ਲੋਕਾਂ ਨੂੰ ਜਾਂ ਸਹੂਲਤਾਂ ਦੇਤੀਆਂ। ਦੇਖੋ ਮੇਰੀ ਗੱਲ, ਕੋਈ ਕ੍ਰੈਡਿਟ ਵਾਰ ਜੇ ਲੋਕਾਂ ਨੇ ਬਣਾਇਆ, ਲੋਕਾਂ ਨੇ ਮੋਦੀ ਜੀ ਤੇ ਵਿਸ਼ਵਾਸ ਕੀਤਾ, ਉਹਨਾਂ ਦੀ ਨੀਤੀਆਂ ਤੇ ਵਿਸ਼ਵਾਸ ਕੀਤਾ, ਤਾਂ ਆਪਣੀ ਨੀਤੀਆਂ ਦੇ ਖਰਾ ਉਤਰੇ ਨੇ ਯਾਰ। ਬੀਜੇਪੀ, ਸਿੱਧਾ ਸਵਾਲ ਆ, ਬੀਜੇਪੀ ਸਰਕਾਰ ਬਣਾਊ ਪੰਜਾਬ ਦੇ ਵਿੱਚ? ਦੇਖੋ ਬਿਲਕੁਲ ਸਰਕਾਰ ਬਣਾਊਗੀ। ਤੁਸੀਂ ਦੇਖ ਲਓ, ਮੈਨੂੰ ਇੱਕ ਦੱਸੋ, ਮੈਂ ਤੁਹਾਨੂੰ ਦੱਸਦਾ ਤੁਹਾਡੇ ਸਵਾਲ ਤੋਂ ਪਹਿਲਾਂ ਜੀ। ਮੈਂ ਇੱਕ ਲੱਖ ਤੱਕ ਕਹਿ ਦਵਾਂ ਬਣਾਊਗੀ, ਇਹ ਕੋਈ ਗੱਲ ਨਹੀਂ ਹੈ। ਸਰਕਾਰ ਬਣਾਊਗੀ, ਗੁਰੂ ਕਿਰਪਾ ਕਰਨ। ਕਾਂਗਰਸ ਪਾਰਟੀ ਲਗਾਤਾਰ ਖਾਲੀ ਹੋ ਰਹੀ ਹੈ, ਵਿਧਾਇਕ ਕੀ, ਦੂਜੇ ਅਹੁਦੇਦਾਰ ਸਾਹਿਬਾਨ ਕੀ, ਮੈਂ ਵੀ ਅਹੁਦੇਦਾਰ ਸੀ, ਠੀਕ ਹੈ ਜੀ। ਸਾਰੇ ਬੀਜੇਪੀ ਦਾ ਦਾਮਨ ਫੜ ਰਹੇ, ਉਹ ਕੋਈ ਲਾਲਚ ਕਰਕੇ ਨਹੀਂ,
ਸੇਵਾ ਕਰਨ ਵਾਸਤੇ, ਬਾਈ ਜੀ, ਕਿਉਂਕਿ ਉਹਨਾਂ ਨੂੰ ਉਹਨਾਂ ਦੀ ਨੀਤੀਆਂ ਪਸੰਦ ਨੇ ਮੋਦੀ ਜੀ ਦੀ। ਤੁਸੀਂ ਕਾਇਮ ਹੋ ਇਸ ਗੱਲ ਤੇ ਕਿ ਬੀਜੇਪੀ ਸਰਕਾਰ ਬਣਾਊਗੀ, ਤੁਸੀਂ ਨੇ ਹੁਣੇ ਕਿਹਾ ਹਨਾ? ਬਿਲਕੁਲ ਯਾਰ, ਬਣਾਊਗੀ, ਬਿਲਕੁਲ ਬਣਾਊਗੀ ਸਰਕਾਰ। ਪਿੱਛੇ ਜੇ ਫਿਰੋਜ਼ਪੁਰ ਦੇ ਵਿੱਚ ਨਰਿੰਦਰ ਮੋਦੀ ਆਉਂਦੇ ਨੇ, ਕੁਰਸੀਆਂ ਜਿੰਨੀਆਂ ਸੀਗੀਆਂ ਸਾਰੀਆਂ ਖਾਲੀਆਂ ਸੀ, ਖਾਲੀ ਦਿਖ ਰਹੀਆਂ ਸੀ, ਬੰਦਾ ਤਾਂ ਉੱਥੇ ਕੀ ਪਹੁੰਚਿਆ ਨਹੀਂ। ਇੱਕ ਪ੍ਰਧਾਨ ਮੰਤਰੀ ਦੀ, ਵੀਰ ਮੇਰੇ, ਪ੍ਰਧਾਨ ਮੰਤਰੀ ਦੀ ਰੈਲੀ ਹੋਵੇ, ਸਾਰੇ ਦੇਸ਼ ਦਾ ਨੁਮਾਇੰਦਾ ਪ੍ਰਧਾਨ ਮੰਤਰੀ ਹੋਵੇ, ਕੁਰਸੀਆਂ ਇੱਕ ਇਲੈਕਸ਼ਨ ਦੀ ਸਟੇਟ ਦੇ ਵਿੱਚ ਕੁਰਸੀਆਂ ਖਾਲੀ ਹੋ ਜਾਣ, ਅੱਜ ਤੱਕ ਕਦੇ ਹੋਇਆ ਨਹੀਂ। ਪੰਜਾਬ ਦੇ ਵਿੱਚ ਸਰਕਾਰ ਕੀਤੀ ਹੈ, ਉਹਨਾਂ ਦੇ ਖਰੀਦੇ ਹੋਏ ਬੰਦੇ, ਚੰਨੀ ਸਰਕਾਰ ਦੇ ਖਰੀਦੇ ਹੋਏ ਬੰਦੇ ਕਾਂਗਰਸ ਦੇ, ਉਹ ਝੰਡੀਆਂ ਦਿਖਾ ਰਹੇ ਸੀ। ਉਹਨਾਂ ਨੇ ਕਾਫਲੇ ਰੋਕੇ ਨੇ ਮੋਦੀ ਜੀ ਦੇ, ਬੱਸਾਂ ਦੀਆਂ ਬੱਸਾਂ ਭਰ ਕੇ ਗਏ, ਮੈਂ ਗਵਾਹੀ ਇਸ ਚੀਜ਼ ਦੀ ਮੇਰੀ, ਬੱਸਾਂ ਦੀਆਂ ਬੱਸਾਂ ਭਰ ਕੇ ਗਈਆਂ ਨੇ, ਟਰਾਲੀਆਂ 'ਚੋਂ ਬੰਦੇ ਗਏ ਨੇ, ਪਿੰਡਾਂ ਤੋਂ ਬੰਦੇ ਗਏ ਨੇ, ਸ਼ਹਿਰਾਂ 'ਚੋਂ ਬੰਦੇ ਗਏ ਨੇ, ਉੱਥੋਂ ਤੱਕ ਪਹੁੰਚਣ ਨਹੀਂ ਦਿੱਤਾ ਯਾਰ, ਲੋਕਾਂ ਨੂੰ ਪਹੁੰਚਣ ਨਹੀਂ ਦਿੱਤਾ। ਵਿਰੋਧ ਹੋਇਆ ਤੁਹਾਡੇ ਸਾਹਮਣੇ। ਕਾਫਲਾ ਕਿੰਨੇ ਨੇ ਰੋਕਿਆ? ਉਹ ਕਾਂਗਰਸ ਦੇ ਬੰਦੇ ਸੀਗੇ, ਹਾਂ, ਸੋਲਡ ਆਊਟ ਉਹ ਸੀਗੇ ਬੰਦੇ। ਵੀਡੀਓ ਦਿਖਾ ਦਵਾਂ ਕਿ ਬੀਜੇਪੀ ਦੇ ਜਿਹੜੇ ਟੋਪੀਆਂ ਪਾਈਆਂ ਹੋਈਆਂ ਸੀ, ਬੀਜੇਪੀ ਦੇ ਝੰਡੇ ਸੀਗੇ ਬਾਈ ਜੀ, ਉਹਨਾਂ ਦੀਆਂ, ਮੇਰੀ ਗੱਲ ਸੁਣੋ, ਬੀਜੇਪੀ ਦੇ ਬੰਦੇ ਸੀਗੇ, ਉਹਨਾਂ ਦੀਆਂ ਕਾਫੀ ਲੀਡਰਾਂ ਦੇ ਨਾਲ, ਬੀਜੇਪੀ ਦੇ ਨਾਲ ਹੀ ਫੋਟੋਆਂ ਆਈਆਂ। ਮੈਨੂੰ ਆਹ ਦੱਸੋ, ਉਸ ਬੰਦੇ ਦੀਆਂ, ਇੱਕ ਆਮ ਬੰਦਾ ਟੋਪੀ ਨਹੀਂ ਲੈ ਸਕਦਾ ਕਿਸੇ ਪਾਰਟੀ ਦੀ? ਲੀਡਰ ਦੇ ਨਾਲ ਫੋਟੋ ਆਈ ਹੈ ਜੀ ਬੀਜੇਪੀ ਹੋ ਗਿਆ, ਜਦੋਂ ਬੰਦਾ ਸੋਲਡ ਹੋ ਗਿਆ, ਸਭ ਕੁਝ ਕਰ ਸਕਦਾ ਹੈ। ਇਹ ਤੁਸੀਂ ਸੰਸਾਰ ਜੀ ਗੱਲ ਛੱਡੋ, ਸਭ ਕੁਝ ਹੁੰਦਾ, ਸਭ ਕੁਝ ਹੁੰਦਾ। ਉਹਨਾਂ ਦੇ ਸਭ ਜਿਹੜੇ ਬੰਦੇ ਸੀ, ਹਾਇਰ ਕੀਤੇ ਹੋਏ ਬੰਦੇ ਸੀਗੇ ਕਾਂਗਰਸ ਦੇ, ਜਿਨ੍ਹਾਂ ਨੇ ਉਹਨਾਂ ਦਾ ਵਿਰੋਧ ਕੀਤਾ। ਕੀ ਪ੍ਰੋਜੈਕਟ ਦੇਣੇ ਸੀ ਨਰਿੰਦਰ ਮੋਦੀ ਉਹਨਾਂ ਨੇ ਪੰਜਾਬ ਨੂੰ? ਸਭ ਤੋਂ ਪਹਿਲਾਂ ਤਾਂ ਮੇਰੀ ਗੱਲ ਸੁਣੋ, ਕਾਂਗਰਸ ਪਾਰਟੀ ਨੇ ਵੀ ਪੰਜਾਬ ਦੇ ਵਿੱਚ ਕਦੇ ਕਮਲ ਦਾ ਫੁੱਲ ਖਿੜ ਨਾ ਜਾਵੇ, ਉਹਨਾਂ ਨੇ ਇਸ ਗੱਲ ਦਾ ਤਾਂ ਵਿਰੋਧ ਕਰਵਾਇਆ। ਇਹ ਗੱਲ ਤੁਸੀਂ ਸਮਝਦੇ ਹੋ ਨਾ? ਇਹ ਜਿਹੜਾ ਸਾਰੀਆਂ ਕੋਈ ਇੰਡਸਟਰੀ ਆ ਰਹੀ ਸੀ, ਕੋਈ ਹਸਪੀਟਲ ਆ ਰਿਹਾ ਸੀਗਾ, ਇਹ ਕਿਹਦੇ ਵਾਸਤੇ ਆ ਰਿਹਾ ਸੀ? ਪੰਜਾਬ ਦੇ ਲੋਕਾਂ ਵਾਸਤੇ ਆ ਰਿਹਾ ਸੀ। ਸਾਨੂੰ ਲੈ ਲੈਣਾ ਚਾਹੀਦਾ ਸੀ ਯਾਰ, ਸਾਨੂੰ ਤਕਲੀਫ ਕੀ ਸੀ? ਨੁਕਸਾਨ ਹੋ ਗਿਆ, ਬੜਾ ਤਗੜਾ ਨੁਕਸਾਨ ਹੋਇਆ। ਜੇ ਨਰਿੰਦਰ ਮੋਦੀ ਜੀ ਨੂੰ ਪੰਜਾਬ ਦੇ ਨਾਲ ਇੰਨੀ ਹਮਦਰਦੀ ਸੀ, ਵਿਰੋਧੀ ਤਾਂ ਇਹ ਵੀ ਕਹਿ ਰਹੇ ਨੇ, ਵਿਰੋਧੀ ਕਹਿੰਦੇ ਕਿ ਜੇ ਐਡੀ ਹਮਦਰਦੀ ਸੀ ਤਾਂ ਜਦੋਂ ਦਿੱਲੀ ਦੇ ਵਿੱਚੋਂ ਚੱਲਣਾ ਸੀ, ਵੈਸੇ ਤਾਂ ਗੱਲ ਤੇ ਟਵੀਟ ਕਰਦੇ ਰਹਿੰਦੇ ਨੇ ਮੋਦੀ ਜੀ, ਇੱਕ ਟਵੀਟ ਇਹ ਕਰ ਦਿੰਦੇ ਕਿ ਚਲੋ ਜੀ ਪੰਜਾਬ ਨੂੰ ਮੈਂ ਇਹ ਚੀਜ਼ਾਂ ਲਾਣ ਦੇ ਰਿਹਾ, ਇਹ ਚੀਜ਼ਾਂ ਦੇ ਰਿਹਾ, ਪ੍ਰੋਜੈਕਟ ਪੰਜਾਬ ਨੂੰ ਦੇ ਰਿਹਾ। ਕਿਆ ਪਤਾ ਸਰਪ੍ਰਾਈਜ਼ ਹੋਵੇ? ਫਿਰ ਜੇ ਸਰਪ੍ਰਾਈਜ਼ ਸੀ ਤੁਹਾਨੂੰ ਕਿਵੇਂ ਪਤਾ ਲੱਗ? ਨਹੀਂ, ਜੋ ਸਾਡੇ ਸਾਹਮਣੇ ਹੈ, ਹਸਪੀਟਲ ਦਾ ਤਾਂ ਪੱਕਾ ਸੀ ਨਾ। ਮੈਨੂੰ ਜਿਹੜਾ ਪੀਜੀਆਈ ਦਾ, ਉਹ ਤਾਂ ਤੁਹਾਨੂੰ ਪਤਾ ਯਾਰ, ਹੁਣ ਤੁਸੀਂ ਮੈਨੂੰ ਪੁੱਛ ਰਹੇ। ਮੈਨੂੰ ਥੋੜਾ ਪਤਾ, ਤੁਸੀਂ ਬੀਜੇਪੀ ਦੇ ਨੁਮਾਇੰਦੇ ਹੋ, ਮੇਰਾ ਸਵਾਲ ਬਣਦਾ। ਮੈਂ ਬਿਲਕੁਲ, ਜਦ ਬਣਦਾ ਮੈਂ ਤੁਹਾਨੂੰ ਦੱਸ ਰਿਹਾ ਨਾ, ਉਹ ਚੀਜ਼, ਇਹ ਚੀਜ਼ ਵਾਇਰਲ ਵੀ ਹੋਣੀ ਸੀਗੀ, ਉਹ ਦੇ ਕੇ ਵੀ ਜਾਣੀ ਸੀ, ਉਸ ਚੀਜ਼ ਦਾ ਉਦਘਾਟਨ ਕਰਨ ਆਏ ਸੀਗੇ ਨਰਿੰਦਰ ਮੋਦੀ ਜੀ। ਪਰ ਨਹੀਂ ਯਾਰ, ਉਹਨਾਂ ਨੇ, ਕਾਂਗਰਸ ਨੂੰ ਨੀਤੀਆਂ ਨਹੀਂ ਚੰਗੀਆਂ ਲੱਗੀਆਂ। ਹੁਣ ਮੇਰਾ ਕੀ ਦੱਸੋ, ਕੀ ਕਰੇ ਪਾਰਟੀ, ਕੀ ਕਰੇ? ਮੋਦੀ ਜੀ ਸਾਡੇ ਵਾਸਤੇ, ਦੇਸ਼ ਵਾਸਤੇ, ਆਪਣੇ ਸੂਬੇ ਵਾਸਤੇ ਕੁਝ ਦੇ ਕੇ ਚੱਲੇ ਸੀ, ਇਹਨਾਂ ਨੂੰ ਲੈਣਾ ਨਹੀਂ ਆਇਆ। ਗਲਤ ਗੱਲ ਹੈ। ਕਿਹਨੂੰ ਨਹੀਂ ਲੈਣਾ ਆਇਆ? ਸੂਬੇ ਦੇ ਲੋਕ, ਮਤਲਬ ਸਾਰਾ ਪੰਜਾਬ। ਸੂਬੇ ਦੇ ਲੋਕ ਨਹੀਂ, ਤੁਸੀਂ ਕਿਹਾ ਇਹਨਾਂ ਨੂੰ ਲੈਣਾ ਨਹੀਂ ਆਇਆ, ਫਿਰ ਤਾਂ ਸਰਕਾਰ ਦੇਣਾ ਪੰਜਾਬ ਨੂੰ ਸੀ। ਮੈਂ ਸਰਕਾਰ, ਦੇਣਾ ਪੰਜਾਬ ਦੇ ਲੋਕਾਂ ਨੂੰ, ਪੰਜਾਬ ਸਰਕਾਰ ਦੀ ਗੱਲ ਕਰ ਰਿਹਾ ਮੈਂ ਬਾਈ ਜੀ। ਪੰਜਾਬ ਦੇ ਲੋਕਾਂ ਦੇ ਲੱਤ ਮਾਰੀ ਹੈ ਇਹਨਾਂ ਨੇ, ਪੰਜਾਬ ਸਰਕਾਰ ਨੇ, ਪੰਜਾਬ 'ਚ ਕਾਂਗਰਸ ਦੀ ਸਰਕਾਰ ਨੇ ਲੋਕਾਂ ਦੇ ਉਮੀਦਾਂ ਤੇ ਲੱਤ ਮਾਰੀ ਹੈ। ਮੈਂ ਪੰਜਾਬ ਦੇ ਲੋਕਾਂ ਦੀ ਗੱਲ ਨਹੀਂ ਕਰ ਰਿਹਾ, ਮੇਰੇ ਸਵਾਲ ਨੂੰ ਤੁਸੀਂ ਪਲਟੋ ਨਾ, ਮੈਂ ਕਰ ਰਿਹਾ ਸਰਕਾਰ ਦੀ ਗੱਲ ਕਰ ਰਿਹਾ। ਸਰਕਾਰ ਨੇ ਨਹੀਂ ਲੈਣ ਦਿੱਤਾ ਲੋਕਾਂ ਨੂੰ ਉਹਨਾਂ ਦਾ ਹੱਕ, ਜਿਹੜਾ ਉਹਨਾਂ ਨੂੰ ਚਾਹੀਦਾ ਸੀਗਾ, ਉਹ ਨਹੀਂ ਲੈਣ ਦਿੱਤਾ। ਇਹਦੇ ਵਿੱਚ ਪੰਜਾਬ ਸਰਕਾਰ ਜ਼ਿੰਮੇਵਾਰ ਹੈ। ਬਾਈ ਜੀ, ਤੁਸੀਂ ਥੋੜੇ ਦਿਨ ਪਹਿਲਾਂ ਕਿਹਾ ਕਿ ਪੰਜਾਬ ਦੇ ਵਿੱਚ ਬੀਜੇਪੀ ਸਰਕਾਰ ਬਣਾਊਗੀ, ਤਕਰੀਬਨ ਮਹੀਨੇ ਤੋਂ ਵੀ ਘੱਟ ਸਮਾਂ ਰਹਿ ਗਿਆ। ਨੈਸ਼ਨਲ ਪਾਰਟੀ ਸੈਂਟਰ ਦੇ ਵਿੱਚ ਸਰਕਾਰ ਬਣਾਉਣ ਦਾ ਪੰਜਾਬ ਦੇ ਵਿੱਚ ਦਾਅਵਾ ਕਰਦੇ ਆ, ਜਿੱਥੇ ਅੱਜ ਤੱਕ ਕਮਲ ਜਿਹੜਾ ਖਿੜਿਆ ਨਹੀਂ ਜੀ, ਕੈਂਡੀਡੇਟ ਪੂਰੇ ਨਹੀਂ ਕਰ ਸਕੇ। 4000 ਬੰਦਿਆਂ ਨੇ ਐਪਲੀਕੇਸ਼ਨਾਂ ਦੇ ਦਿੱਤੀਆਂ, 117 ਵਿਧਾਨ ਸਭਾ ਹਲਕੇ ਨੇ। ਭਾਈ ਸਾਹਿਬ ਕਿੱਥੇ ਚੱਲੇ ਫਿਰਦੇ ਹੋ? ਲਾਈਨਾਂ ਲੱਗੀਆਂ ਪਈਆਂ ਨੇ, ਇਹ ਗੱਲ ਛੱਡ ਦਿਓ। ਦਲ ਬਦਲੂਆਂ ਦੀਆਂ, ਨਹੀਂ, ਕੈਂਡੀਡੇਟ ਬਦਲੂਆਂ ਦੀਆਂ ਬਾਈ ਜੀ, ਦਲ ਬਦਲ ਕੇ ਟਿਕਟ, ਤੁਸੀਂ ਟਿਕਟ ਦਾ ਦਾਅਵਾ ਕਰ ਰਹੇ ਹੋ ਕਾਂਗਰਸ ਦੇ ਵਿੱਚੋਂ ਆਏ। ਜੇ ਮੇਰੇ ਕੈਪੇਬਿਲਿਟੀ ਹੋਊਗੀ, ਪਾਰਟੀ ਮੈਨੂੰ ਦੇਖੂਗੀ ਯਾਰ। ਕੈਪੇਬਿਲਿਟੀ ਵੀ ਹੋਣੀ ਚਾਹੀਦੀ ਹੈ ਨਾ, ਉਹ ਜੜਾ ਖਾਣਾ ਥੋੜੀ ਚੱਕ ਕੇ ਵੀ ਮੈਨੂੰ ਟਿਕਟ ਦਿਓ। ਇਹ ਕੋਈ ਗੱਲ ਹੈ? ਇਹ ਕੋਈ ਗੱਲ ਨਹੀਂ। ਉਹ ਬੰਦੇ ਦਾਅਵੇਦਾਰ ਜਿਨ੍ਹਾਂ ਨੇ ਦਾਅਵਾ ਪੇਸ਼ ਕੀਤਾ, ਉਹ ਮਜ਼ਬੂਤ ਕੈਂਡੀਡੇਟ ਨੇ ਬਾਈ ਜੀ। ਜੀਪੀ ਨੂੰ ਟਿਕਟ ਦੇ ਦਿੱਤੀ ਕਾਂਗਰਸ ਦੇ ਵਿੱਚ, ਤੁਸੀਂ ਕਹਿ ਰਹੇ ਹੋ ਕਿ ਮੇਰਾ ਹੱਕ ਮਾਰ ਦਿੱਤਾ ਗਿਆ। ਸਰਵੇ ਦੇ ਵਿੱਚ ਮੈਂ ਜਿੱਤ ਰਿਹਾ ਸੀ ਜੀ, ਕਾਂਗਰਸ ਛੱਡ ਕੇ ਬੀਜੇਪੀ ਦੇ ਵਿੱਚ ਆ ਗਏ। ਹੋ ਸਕਦਾ ਕੋਈ ਬੀਜੇਪੀ ਦਾ ਪੁਰਾਣਾ ਵਰਕਰ, ਜਿਹਨੇ ਕਾਫੀ ਸਾਲਾਂ ਤੋਂ, ਜਿਵੇਂ ਤੁਸੀਂ ਕਾਂਗਰਸ ਦੇ ਵਿੱਚ ਕਹਿੰਦੇ ਹੋ ਕਿ ਮੈਂ ਕੀਤੀ, ਕਾਫੀ ਸਾਲਾਂ ਤੋਂ ਮਿਹਨਤ ਕੀਤੀ ਹੋਵੇ, ਉਹਦਾ ਹੱਕ ਮਾਰ ਕੇ ਕੁਲਦੀਪ ਸਿੰਘ ਹੋਣੀ ਕੀ ਪਤਾ ਕੋਈ ਡੀਲ ਕਰਕੇ ਆਏ ਹੁਣ ਇੱਥੇ ਕਿ ਟਿਕਟ ਦਿਓ ਮੈਨੂੰ। ਹੋ ਸਕਦਾ ਤੁਸੀਂ ਉਹਦਾ ਹੱਕ ਮਾਰ ਲਓ। ਇੱਦਾਂ ਦੀ ਕੋਈ ਗੱਲ ਨਹੀਂ ਹੈ। ਕੋਈ ਇੱਦਾਂ ਦੀ ਤੁਸੀਂ ਇਹ ਰਾਜਨੀਤਿਕ ਗੱਲ ਨਾ ਕਰੋ। ਸਰ ਮੇਰਾ ਸਵਾਲ ਹੈ ਜੀ, ਰਾਜਨੀਤਿਕ ਗੱਲ, ਲੀਡਰ ਤੁਸੀਂ ਹੋ, ਮੈਂ ਇੱਕ ਰਿਪੋਰਟਰ ਹਾਂ, ਮੇਰਾ ਸਵਾਲ ਕਰਨਾ ਹੱਕ ਬਣਦਾ। ਦੇਖੋ, ਮੈਂ ਉਹੀ ਤੁਹਾਨੂੰ ਗੱਲ ਦੱਸ ਰਿਹਾ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਉਹ ਪਾਰਟੀ ਨੇ ਦੇਖਣਾ, ਪਾਰਟੀ ਦਾ ਪ੍ਰੋਟੋਕੋਲ ਹੈ, ਕਿਹਨੂੰ ਟਿਕਟ ਦੇਣਾ, ਕਿਹਨੂੰ ਨਹੀਂ ਦੇਣਾ, ਉਹ ਪਾਰਟੀ ਦੀ ਜ਼ਿੰਮੇਵਾਰੀ ਹੈ। ਪਾਰਟੀ ਜੋ ਹੁਕਮ ਲਾਊਗੀ, ਸਿਰ ਮੱਥੇ ਹੋਊਗਾ। ਪਾਰਟੀ ਦਾ ਝੰਡਾ ਚੱਕ ਕੇ ਸਦਾ ਹੀ ਆਵਾਜ਼ ਬੁਲੰਦ ਕਰਦੇ ਰਵਾਂਗੇ ਆਪਾਂ। ਅੱਛਾ,
ਸਾਧੂ ਸਿੰਘ ਧਰਮਸੋਤ ਤੁਹਾਡੇ ਸਹੁਰਾ ਸਾਹਿਬ ਲੱਗਦੇ ਨੇ। ਇੱਕ ਬੜਾ ਨਾਜ਼ੁਕ ਰਿਸ਼ਤਾ ਹੁੰਦਾ ਹੈ ਜਵਾਈ ਦਾ ਤੇ ਸਹੁਰੇ ਦਾ। ਜੇਕਰ ਕੱਲ੍ਹ ਨੂੰ ਇੱਦਾਂ ਦੀ ਕੋਈ ਸਿਚੁਏਸ਼ਨ ਆ ਜਾਂਦੀ ਹੈ ਕਿ ਪਾਰਟੀ ਹੁਕਮ ਕਰ ਦਿੰਦੀ ਹੈ ਕਿ ਨਾਭੇ ਦੇ ਵਿੱਚ ਜਾ ਕੇ ਧਰਮਸੋਤ ਉਹਨਾਂ ਦੇ ਖਿਲਾਫ ਪ੍ਰਚਾਰ ਕਰੋ, ਪਾਰਟੀ ਦਾ ਹੁਕਮ ਹੈ, ਜਾਓਗੇ? ਪਾਰਟੀ ਦਾ ਹੁਕਮ ਹੈ। ਆਪਣੇ ਸਹੁਰੇ ਦੇ, ਜਿਹਨੂੰ ਇੱਕ ਪਿਓ ਦਾ ਦਰਜਾ ਦਿੱਤਾ ਜਾਂਦਾ ਬਾਪ ਦੇ ਖਿਲਾਫ। ਉਹ ਇਹ ਤਾਂ ਤੁਸੀਂ ਇੱਕ ਭੜਕਾਊ ਭਾਸ਼ਣ ਕਰਕੇ ਉਸ ਸਾਡੇ ਰਿਸ਼ਤੇ ਦੀ ਦਰਾਰ ਪਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਨਹੀਂ ਇਹ ਨਾ ਕਿਉਂਕਿ ਉਹ ਤੁਹਾਡੇ ਵਿਰੋਧੀ ਪਾਰਟੀ ਦੇ ਵਿੱਚ ਨੇ। ਇਹ ਤੁਸੀਂ ਗੱਲ ਮੇਰੀ ਸੁਣੋ, ਤੁਸੀਂ ਵਿਰੋਧੀ ਪਾਰਟੀ ਦੇ ਵਿੱਚ ਨੇ, ਜਾਓਗੇ ਪ੍ਰਚਾਰ ਕਰਨ? ਦੇਖੋ ਮੇਰੀ ਗੱਲ ਸੁਣੋ, ਮੈਂ ਪਾਰਟੀ ਦੀ ਗੱਲ ਕੀਤੀ ਹੈ ਨਾ ਤੁਹਾਨੂੰ, ਵੀ ਪਾਰਟੀ ਦਾ ਜੋ ਹੁਕਮ ਹੋਊਗਾ ਮੰਨਾਂਗੇ। ਪ੍ਰਚਾਰ ਕੋਈ ਜ਼ਰੂਰੀ ਥੋੜੀ ਮੈਨੂੰ ਨਾਭੇ ਜੇ ਭੇਜ ਦੇਣਗੇ ਯਾਰ। ਤੁਸੀਂ ਪਤਾ ਜੇ ਭੇਜਤਾ, ਜੇ ਭੇਜਤਾ ਕੋਈ ਗੱਲ ਨਹੀਂ, ਪਾਰਟੀ ਦਾ ਹੁਕਮ ਸਿਰ ਮੱਥੇ ਆ ਜੀ। ਮੰਤਰੀ ਸਾਹਿਬ ਤੇ ਇਲਜ਼ਾਮ ਬੜੇ ਵੱਡੇ ਲੱਗੇ ਨੇ ਜੀ। ਪਰਿਵਾਰਕ ਰਿਸ਼ਤਾ ਵੀ ਆ, ਪਾਰਟੀ ਦੇ ਵਿੱਚ ਵੀ ਰਹੇ ਹੋ, ਵਜ਼ੀਫਾ ਘੁਟਾਲੇ ਦਾ ਬੜਾ ਵੱਡਾ ਇਲਜ਼ਾਮ ਲੱਗਿਆ ਸੀ। ਕਹਿੰਦੇ ਕਿ ਹੋਰ ਕਿਸੇ ਨੂੰ ਪਤਾ ਹੋਵੇ ਨਾ ਹੋਵੇ, ਪਰਿਵਾਰਕ ਮੈਂਬਰ ਨੂੰ ਕੁਝ ਨਾ ਕੁਝ ਸੂਝ ਜ਼ਰੂਰ ਹੁੰਦੀ ਆ। ਅਸਲੀਅਤ ਕੀ ਹੈ? ਕਾਂਗਰਸ ਪਾਰਟੀ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਸਰਕਾਰ ਸੀ। ਸਰਦਾਰ ਸਾਧੂ ਸਿੰਘ ਧਰਮਸੋਤ ਜੀ ਵਜ਼ੀਰ ਸੀ। ਤੁਸੀਂ ਮੈਨੂੰ ਇੱਕ ਗੱਲ ਦੱਸੋ, ਤੁਸੀਂ ਘੁਟਾਲੇ ਦੀ ਗੱਲ ਕਰਦੇ ਹੋ ਵੀ ਘੁਟਾਲਾ ਹੋਇਆ, ਬੜਾ ਮੀਡੀਆ ਨੇ ਇਸ ਗੱਲ ਨੂੰ ਚੱਕਿਆ ਵੀ ਘੁਟਾਲਾ ਹੋਇਆ। ਠੀਕ ਹੈ ਜੀ। ਤੁਸੀਂ ਮੈਨੂੰ ਇੱਕ ਗੱਲ ਦੱਸੋ, ਇੱਕ ਸੀਐਮ, ਸਿਟਿੰਗ ਸੀਐਮ ਕਲੀਨ ਚਿੱਟ ਦੇ ਦੇਵੇ ਇਨਕੁਆਇਰੀ ਤੋਂ ਬਾਅਦ, ਠੀਕ ਹੈ ਜੀ, ਉਸ ਦਾ ਮਤਲਬ ਕੀ ਹੈ ਜੀ? ਕਲੀਨ ਚਿੱਟ ਇਹ ਬੰਦਾ ਨਿਰਦੋਸ਼ ਬਿਲਕੁਲ ਨਹੀਂ ਹੋਇਆ। ਹੁਣ ਦੀ ਵੀ ਸਰਕਾਰ ਕਹਿ ਰਹੀ ਹੈ, ਹੁਣ ਚੰਨੀ ਸਾਹਿਬ ਆਏ ਨੇ, ਹੁਣੇ ਵੀ ਤੁਹਾਡੇ ਸਾਹਮਣੇ ਉਹ ਨਹੀਂ, ਉਹਨਾਂ ਨੇ ਕਹਿ ਤਾ ਸਪਸ਼ਟ ਯਾਰ ਉਹ ਤਾਂ ਕਲੀਨ ਚਿੱਟ ਮਿਲ ਗਈ। ਇਹ ਗੱਲ ਦਾ ਟੌਪਿਕ ਬਣਦਾ ਹੀ ਨਹੀਂ। ਇਹ ਤਾਂ ਇੱਕ ਸਵਾਲ ਨਹੀਂ ਹੈ ਮੇਰੇ ਹਿਸਾਬ ਨਾਲ। ਨਹੀਂ ਸਵਾਲ ਨਹੀਂ ਹੈ ਸਰ, ਘੁਟਾਲਾ ਤਾਂ ਹੋਇਆ। ਮੇਰਾ ਇਹ ਆ ਕਿ ਪਰਿਵਾਰਕ ਮੈਂਬਰ ਜ਼ਿਆਦਾ। ਕਲੀਨ ਚਿੱਟ ਹੋ ਗਈ ਯਾਰ, ਕਲੀਨ ਚਿੱਟ ਹੋ ਗਈ, ਕੋਈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਇਹ ਤਾਂ ਅਫਵਾਹਾਂ ਨੇ ਫੈਲ ਗਈਆਂ। ਮੰਤਰੀ ਸਾਹਿਬ ਆ ਰਹੇ ਨੇ ਫਿਰ ਇੱਧਰ, ਮੰਤਰੀ ਸਾਹਿਬ ਆ ਰਹੇ ਨੇ, ਧਰਮਸੋਤ ਜੀ ਆ ਰਹੇ ਨੇ ਆਪਣੇ ਜਵਾਈ ਦੇ ਨਾਲ ਇੱਧਰ। ਕਾਂਗਰਸ ਪਾਰਟੀ ਨੇ ਉਹਨਾਂ ਨੂੰ ਟਿਕਟ ਦਿੱਤਾ, ਨਵਾਜਿਆ, ਬਿਲਕੁਲ ਦਿੱਤਾ। ਅੱਜ 7ਵੀਂ ਵਾਰ ਉਹ ਐਮਐਲਏ ਬਣਨ ਜਾ ਰਹੇ ਨੇ। ਜਿੱਤਣਗੇ? ਹਾਂਜੀ ਜਿੱਤਣਗੇ। ਮਿਹਨਤ ਨਾਲ ਜਿੱਤਣਾ ਯਾਰ ਹਰ ਇੱਕ ਬੰਦੇ ਨੇ। ਜੇ ਮੈਂ ਮਿਹਨਤ ਕੀਤੀ, ਮੈਂ ਤਾਂ ਹੀ ਦਾਅਵਾ ਕਰ ਰਿਹਾ ਨਾ ਆਪਣੇ ਹਲਕੇ ਦੇ ਵਿੱਚ, ਜੇ ਮੈਂ ਮਿਹਨਤ ਕੀਤੀ ਤਾਂ ਹੀ ਮੈਂ ਜਿੱਤੂੰਗਾ ਨਾ। ਜੇ ਮੈਂ ਮਿਹਨਤ ਹੀ ਨਹੀਂ ਕੀਤੀ, ਇੱਕ ਗੱਲ ਮੈਂ ਜੋ ਇੱਕ ਪਾਰਟੀ ਬਾਜੀ ਤੋਂ ਅਲੱਗ ਹੋ ਕੇ ਮੈਂ ਤੁਹਾਨੂੰ ਗੱਲ ਕਰਦਾ, ਨਾਭੇ ਦੇ ਵਿੱਚ ਡਿਵੈਲਪਮੈਂਟ ਦੇ ਕੰਮ ਹੋਏ ਨੇ, ਸਾਰੇ ਕੰਮ ਹੋਏ ਨੇ ਨਾਭੇ ਦੇ ਵਿੱਚ, ਵਿਕਾਸ ਵੀ ਹੋਇਆ। ਇਸ ਤਰ੍ਹਾਂ ਦੀ ਗੱਲ ਨਹੀਂ। ਗੁਰੂ ਕਿਰਪਾ ਕਰਨ, ਉਹਨਾਂ ਦੀ ਸੀਟ ਸੇਫ ਹੈ ਜੀ। ਅੱਛਾ ਭਾਈ, ਲਗਾਤਾਰ ਬੀਜੇਪੀ ਨੂੰ ਨਿਸ਼ਾਨਿਆਂ 'ਤੇ ਲਿੱਤਾ ਜਾ ਰਿਹਾ। ਕਿਸਾਨਾਂ ਦੇ ਮਨਾਂ ਦੇ ਵਿੱਚ ਕਿਤੇ ਨਾ ਕਿਤੇ ਗੁੱਸਾ ਹਲੇ ਵੀ ਉਹਨਾਂ ਨੂੰ ਲੈ ਕੇ ਭਰਿਆ ਹੋਇਆ। ਕਹਿੰਦੇ ਕਿ ਬੀਜੇਪੀ, ਅਸੀਂ ਵਿਰੋਧ ਕਰਦੇ ਹਾਂ ਬੀਜੇਪੀ ਦਾ, ਬੀਜੇਪੀ ਨੂੰ ਅਸੀਂ ਪਿੰਡਾਂ ਦੇ ਵਿੱਚ ਨਹੀਂ ਆਉਣ ਦੇਣਾ ਜਾਂ ਇੱਦਾਂ। ਫਿਰ ਕਿਸ ਤਰ੍ਹਾਂ ਇੰਨੇ ਵਿਰੋਧ ਦੇ ਵਿੱਚ ਤੁਸੀਂ ਦਾਅਵੇ ਕਰ ਸਕਦੇ ਹੋ ਕਿ ਅਸੀਂ ਜਿੱਤਾਂਗੇ ਜਾਂ ਤੁਹਾਡਾ ਵਿਰੋਧ ਨਹੀਂ ਹੋਊ? ਤੁਹਾਨੂੰ ਇਹ ਗੱਲ ਕਿਹਨੇ ਕਹੀ ਹੈ ਵੀ ਪਿੰਡਾਂ ਦੇ ਵਿੱਚ ਵਿਰੋਧ ਕਰ ਰਹੇ? ਬਿਲਕੁਲ ਨਹੀਂ, ਮੈਂ ਸਾਰੇ ਪਿੰਡਾਂ 'ਚ ਜਾ ਰਿਹਾ, ਕੋਈ ਵਿਰੋਧ ਨਹੀਂ ਹੈ। ਕਿਸਾਨ ਤਾਂ ਕਹਿ ਰਹੇ ਨੇ, ਕਹਿੰਦੇ ਅਸੀਂ ਵਿਰੋਧ ਕਰਦੇ ਹਾਂ, ਸ਼ਾਂਤਮਈ ਪ੍ਰੋਟੈਸਟ ਜਿਹੜੇ ਨੇ ਸਾਡੇ। ਜਿਹੜੇ ਅਸਲ ਕਿਸਾਨ ਨੇ ਨਾ ਮੇਰੇ ਵੀਰ, ਜਿਹੜੇ ਅਸਲ ਕਿਸਾਨ ਨੇ, ਜਿਨ੍ਹਾਂ ਨੇ ਵਾਕਿਆ ਹੀ ਅੰਦੋਲਨ ਦੇ ਲਈ ਦਿਨ ਰਾਤ ਇੱਕ ਕੀਤੀ ਹੈ, ਉੱਥੇ ਸਾਲ ਭਰ ਦਾ ਸਮਾਂ ਗੁਜ਼ਾਰਿਆ, ਉਹ ਅਸਲ ਕਿਸਾਨ ਨੇ। ਇਹ ਤਾਂ ਪੋਲੀਟੀਕਲ ਪਾਰਟੀਆਂ ਵਾਲੇ ਕਿਸਾਨ ਹੋ ਗਏ ਜਿਹੜੇ ਦੂਜੇ ਨੇ। ਕਿਹੜੇ? ਤੁਸੀਂ ਦੇਖੋ ਕਿਹੜੇ ਨੇ, ਤੁਸੀਂ ਦੱਸੋ। ਜਿਨ੍ਹਾਂ ਨੇ ਪਾਰਟੀ ਬਣਾਈ ਹੈ ਉਹ ਨਹੀਂ ਕਿਸਾਨ ਲੀਡਰ ਸੀਗੇ, ਉਹ ਤਾਂ ਸੰਯੁਕਤ ਮੋਰਚੇ ਦੇ ਵਿੱਚ ਲੀਡ ਕੀਤਾ ਉਹਨਾਂ ਨੇ। ਅਸਲ ਜਿਹੜੇ ਕਿਸਾਨ ਨੇ ਨਾ ਸਾਡੇ ਵੀਰ, ਉਹ ਪਸੰਦ ਨਹੀਂ ਕਰਦੇ ਪੋਲੀਟੀਕਲ ਪਾਰਟੀ ਨੂੰ। ਇਹ ਵੀ ਗੱਲ ਨਾਲ ਹੈ। ਨਹੀਂ, ਤੁਸੀਂ ਕਹਿ ਰਹੇ ਹੋ ਕਿ ਜਿਨ੍ਹਾਂ ਨੇ ਪਾਰਟੀ ਬਣਾਈ ਆ, ਲੋਕਤੰਤਰ ਵੀ ਅਧਿਕਾਰ ਦਿੰਦਾ ਆਪਾਂ ਨੂੰ ਇਲੈਕਸ਼ਨ ਲੜਨ ਦਾ, ਫਿਰ ਉਹ ਪੋਲੀਟੀਕਲ ਕਿਸਾਨ ਕਿੱਦਾਂ ਹੋ ਗਏ? ਕਿਸਾਨ ਕੀ ਹੁਣ ਇੱਕ ਕਿਸਾਨ ਦਾ ਪੁੱਤ ਜਾਂ ਇੱਕ ਕਿਸਾਨ ਜਿਹੜਾ ਇਲੈਕਸ਼ਨ ਨਹੀਂ ਲੜ ਸਕਦਾ? ਬਿਲਕੁਲ ਲੜਨ। ਮੈਂ ਤਾਂ ਦੇਖੋ ਜੀ ਘਰ ਘਰ ਜਾ ਕੇ ਸਾਰੇ ਭਰਾਵਾਂ ਦੀ, ਸਾਡੇ ਕਿਸਾਨ ਵੀਰਾਂ ਦੀ, ਹੁਣ ਯਾਰ ਉਹ ਰੌਲਾ ਤਾਂ ਰਿਹਾ ਹੀ ਨਹੀਂ। ਉਹ ਤਾਂ ਆਪਾਂ ਜਿੰਨਾ ਮਰਜ਼ੀ ਉਹ ਹਾਈਲਾਈਟ ਕਰੀ ਜਾਏ, ਉਹ ਉਸ ਤਰ੍ਹਾਂ ਦਾ ਕੋਈ ਮੈਟਰ ਨਹੀਂ ਹੈ। ਹਰ ਇੱਕ ਭਰਾ ਦੇ ਘਰ ਜਾ ਕੇ, ਕਿਸਾਨ ਮੇਰੇ ਵੀਰ ਦੇ, ਮਜ਼ਦੂਰ ਮੇਰੇ ਵੀਰ ਦੇ ਘਰ ਜਾ ਕੇ ਉਹਨਾਂ ਦੇ ਹੱਥ ਵੀ ਜੋੜਾਂਗੇ, ਪੈਰ ਵੀ ਫੜਾਂਗੇ, ਪਾਰਟੀ ਦਾ ਪ੍ਰਚਾਰ ਕਰਾਂਗੇ। ਕਿਸਾਨੀ ਦਾ ਮਸਲਾ ਹੱਲ ਹੋ ਗਿਆ? ਬਿਲਕੁਲ ਹੋ ਗਿਆ ਜੀ, ਕਾਨੂੰਨ ਵਾਪਸ ਹੋ ਗਏ, ਕਿਸਾਨੀ ਦਾ ਮਸਲਾ ਹੱਲ ਹੀ ਹੈ। ਹੋ ਗਿਆ, ਹੱਲ ਹੈ ਕਿਸਾਨੀ ਦਾ ਮਸਲਾ। ਹਾਂ ਬਿਲਕੁਲ ਹੱਲ ਹੈ। ਕਿਸਾਨ ਤਾਂ ਕਹਿੰਦੇ ਹਾਲੇ ਤੱਕ ਦਿੱਲੀ ਤੋਂ ਨੋਟਿਸ ਆ ਰਹੇ ਨੇ, ਸਾਡੇ ਪਰਚੇ ਨਹੀਂ ਰੱਦ ਹੋਏ, ਸਾਡਾ ਹੋਰ ਜਿਹੜੀਆਂ ਡਿਮਾਂਡ ਸੀਗੀਆਂ 3 ਖੇਤੀ ਕਾਨੂੰਨਾਂ ਤੋਂ ਇਲਾਵਾ ਜਿਹੜੀਆਂ ਡਿਮਾਂਡ ਸੀਗੀਆਂ ਉਹ ਹਾਲੇ ਤੱਕ ਪੂਰੀਆਂ ਨਹੀਂ ਹੋਈਆਂ। ਤੁਸੀਂ ਕਹਿ ਰਹੇ ਹੋ ਕਿਸਾਨੀ ਦਾ ਮਸਲਾ ਹੱਲ ਹੋ ਗਿਆ। ਸੁਣੋ ਮੇਰੀ ਬੇਨਤੀ, ਕੋਡ ਆਫ ਕੰਡਕਟ ਲੱਗੇ ਪੰਜਾਬ ਦੇ ਵਿੱਚ, ਇਲੈਕਸ਼ਨ ਚੱਲ ਰਹੀ, ਠੀਕ ਹੈ ਜੀ। ਬੀਜੇਪੀ ਸਰਕਾਰ ਬਣਾਊਗੀ ਪੰਜਾਬ ਦੇ ਵਿੱਚ, ਜਿਹੜੇ ਅਸੀਂ ਸੋਚੇ ਵੀ ਨਹੀਂ ਹੋਣੇ ਕੰਮ ਉਹ ਵੀ ਹੋਣਗੇ। ਕਿਸਾਨੀ ਦੇ ਮਸਲੇ ਦੀ ਗੱਲ ਕਰੋ ਨਾ, ਜਿਹੜੇ ਕੋਡ ਆਫ ਕੰਡਕਟ ਤਾਂ ਹਾਲੇ ਕੁਝ ਦਿਨਾਂ ਤੋਂ ਲੱਗੇ ਆ ਨਾ, ਜਿਹੜੇ ਪਰਚੇ ਨੇ ਜਾਂ ਹੋਰ ਜਿਹੜੀਆਂ ਮੰਗਾਂ ਨੇ, ਉਹ ਇਲੈਕਸ਼ਨ ਤੋਂ, ਫਿਰ ਇਲੈਕਸ਼ਨ ਦੇ ਲਈ ਵਰਤੋਂਗੇ? ਫਿਰ ਇਹਨੂੰ ਇਲੈਕਸ਼ਨ ਤੋਂ ਬਾਅਦ ਹੋਣਗੇ ਸਾਰੇ। ਲਾਲਚ ਦੇ ਰਹੇ ਹੋ ਕਿ ਸਾਨੂੰ ਸਾਡੀ ਸਰਕਾਰ ਬਣਾਓ ਤਾਂ ਹੋਣਗੇ, ਜੇ ਨਾ ਹੋਈ ਤਾਂ ਫਿਰ
ਨਹੀਂ ਹੋਣਗੇ। ਤੁਸੀਂ ਕਹਿ ਰਹੇ ਹੋ, ਮੈਂ ਤਾਂ ਨਹੀਂ ਕਿਹਾ। ਤੁਸੀਂ ਉਹ ਕਹਿ ਰਹੇ ਹੋ ਹੁਣ ਕਿ ਇਲੈਕਸ਼ਨ ਤੋਂ ਬਾਅਦ ਮਤਲਬ ਤਾਂ ਇਹੀ ਹੋਇਆ। ਯਾਰ ਕੋਡ ਲੱਗਿਆ ਹੋਇਆ ਮੇਰੇ ਵੀਰ। ਪਹਿਲਾਂ ਵੀ ਕੀਤੇ ਜਾ ਸਕਦੇ ਸੀ। ਪਹਿਲਾਂ ਕੀਤੇ ਜਾ ਸਕਦੇ, ਹੁਣ ਤਾਂ ਸਮਝੌਤਾ ਹੋਇਆ। ਅਜੇ ਕਿਹੜਾ ਬਹੁਤ ਲੰਬਾ ਟਾਈਮ ਹੋ ਗਿਆ ਉਹਨੂੰ। ਪਹਿਲਾਂ ਕਾਨੂੰਨ ਪਾਸ ਹੋਏ ਨੇ, ਫਿਰ ਕਾਨੂੰਨ ਰੱਦ ਹੋਏ ਨੇ, ਟਾਈਮ ਤਾਂ ਲੱਗਦਾ ਹੀ ਹੈ। ਨਵੰਬਰ ਦੇ ਵਿੱਚ ਰੱਦ ਹੋ ਚੁੱਕੇ ਸੀ। ਹਾਂਜੀ ਉਹੀ ਹੈ ਨਾ, ਫਿਰ ਟਾਈਮ ਤਾਂ ਲੱਗਦਾ ਹੀ ਹੈ ਜੀ। ਟਾਈਮ ਲੱਗਦਾ ਇਸ ਚੀਜ਼ ਨੂੰ। ਇਹ ਕੋਈ ਮਾੜੀ ਮੋਟੀ ਗੱਲਾਂ ਨਹੀਂ ਹੈਗੀਆਂ। ਬੜਾ ਤਗੜਾ ਫੈਸਲਾ ਲਿਆ, ਇਤਿਹਾਸਿਕ ਫੈਸਲਾ ਲਿਆ ਨਰਿੰਦਰ ਮੋਦੀ ਜੀ ਨੇ। ਔਰ ਇਸ ਦੇ ਨਾਲ ਨਾਲ ਮੈਂ ਤੁਹਾਨੂੰ ਇੱਕ ਖੁਸ਼ਖਬਰੀ ਵੀ ਦਿੰਦਾ ਜੀ। 26 ਦਸੰਬਰ ਦਾ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ, ਧੰਨ ਧੰਨ ਬਾਬਾ ਫਤਿਹ ਸਿੰਘ ਜੀ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ 26 ਦਸੰਬਰ ਦਾ ਦਿਨ, ਜਿਹਨੂੰ ਬਾਲ ਦਿਵਸ ਦੇ ਨਾਮ 'ਤੇ ਜਾਣਿਆ ਜਾਊਗਾ। ਬੜੀ ਤਕੜੀ ਗੱਲ। ਇਸੇ ਸਵਾਲ ਤੇ ਮੈਂ ਉਹਨਾਂ ਕਾਫੀ ਜਥੇਬੰਦੀਆਂ ਨੇ, ਸਿੱਖ ਜਥੇਬੰਦੀਆਂ ਨੇ, ਜਿਨ੍ਹਾਂ ਨੇ ਇਸ ਗੱਲ ਦਾ ਵੀ ਵਿਰੋਧ ਕੀਤਾ, ਗਿਲਾ ਕੀਤਾ ਕਿ ਜਿਨ੍ਹਾਂ ਨੂੰ ਅਸੀਂ ਆਪਣੇ ਗੁਰੂਆਂ ਦੇ ਬਰਾਬਰ ਮੰਨਦੇ ਹਾਂ, ਅਸੀਂ ਆਪਣੇ ਬਾਬੇ ਮੰਨਦੇ ਹਾਂ, ਉਹਨਾਂ ਨੂੰ ਮੋਦੀ ਸਾਹਿਬ ਨੇ ਬਾਲ ਦਿਵਸ, ਉਹਨਾਂ ਦੀ ਕਿਤੇ ਨਾ ਕਿਤੇ ਕੁਰਬਾਨੀ ਦਾ ਮਹੱਤਵ ਜਿਹੜਾ ਘਟਾਤਾ ਬਾਲ ਦਿਵਸ ਤੋਂ। ਕੁਰਬਾਨੀ ਦਾ ਮਹੱਤਵ ਉਹ ਸਾਡੇ ਦਿਲਾਂ ਦੇ ਵਿੱਚ ਹੈ। ਬੜੀ ਅਦੁੱਤੀ ਸ਼ਹਾਦਤ ਹੈ। ਮੈਂ ਸਮਝਦਾ ਸਾਰੀ ਦੁਨੀਆ ਨਮਸਤਕ ਹੁੰਦੀ ਹੈ ਇੱਥੇ। ਇਹ ਗੱਲ ਨੂੰ ਆਪਾਂ ਪੋਲੀਟੀਕਲ ਰੰਗ ਨਾ ਦਈਏ ਤਾਂ ਚੰਗੀ ਗੱਲ ਹੈ। ਮੈਂ ਉਹਨਾਂ ਨੂੰ ਲੋਕਾਂ ਦੇ ਸਵਾਲ ਸੀਗੇ, ਮੈਂ ਉਹੀ ਸਵਾਲ, ਮੈਂ ਉਹਨਾਂ ਨੂੰ ਸਦਾ ਹੀ ਨਮਸਕਾਰ ਆ। ਨਮਸਕਾਰ ਤੁਧ ਹੀ ਕੋ ਹਮਾਰੀ ਸਗਲ ਪ੍ਰਜਾ ਜਨ ਆਪ ਸਵਾਰੀ। ਉਹਨਾਂ ਦੀ ਕਿਰਪਾ ਦੇ ਨਾਲ ਸਭ ਕੁਛ ਹੈ। ਅੱਛਾ ਬਾਈ, ਅਕਸਰ ਜਦੋਂ ਇਲੈਕਸ਼ਨਾਂ ਆਉਂਦੀਆਂ ਨੇ, ਹੁਣ ਤੁਹਾਡੇ ਰਿਸ਼ਤੇਦਾਰ ਨੇ ਜਿਹੜੇ ਉਹ ਸਾਧੂ ਸਿੰਘ ਜੀ ਨੇ ਕਾਂਗਰਸ ਦੇ ਵਿੱਚ ਨੇ, ਤੁਸੀਂ ਉਹਨਾਂ ਦਾ ਸਮਰਥਨ ਵੀ ਕੀਤਾ ਕਿ ਨਾਭਾ ਸੀਟ ਉਹ ਜਿੱਤ ਰਹੇ ਨੇ, ਹੈ ਨਾ। ਉਹ ਲੋਕ ਯਾਰ ਲੋਕਾਂ ਨੇ ਦੇਖਣਾ। ਤੁਸੀਂ ਨੇ ਉਹ ਤੁਹਾਡਾ ਹੈਗਾ ਕਿ ਹਾਂ ਡਿਵੈਲਪਮੈਂਟ ਦੇ ਕੰਮ ਹੋਏ ਨੇ, ਉਹ ਜਿੱਤ ਰਹੇ ਨੇ, ਬਿਲਕੁਲ, ਹੈ ਨਾ। ਠੀਕ ਹੈ ਜੀ। ਆਮ ਲੋਕ ਆਪਸੀ ਪਾਰਟੀਆਂ ਦੇ ਵਿੱਚ ਆਪਸੀ ਭਾਈਚਾਰਾ, ਸਕਾ ਭਾਈ ਸਕੇ ਭਾਈ ਨੂੰ ਨਹੀਂ ਬੁਲਾ ਰਿਹਾ, ਇੱਕ ਵੋਟਾਂ ਕਰਕੇ। ਮੰਨਦੇ ਹੋ ਤੁਸੀਂ ਗੱਲ? ਬਿਲਕੁਲ। ਪਿੰਡਾਂ ਦੇ ਵਿੱਚ ਹੈ। ਜਦੋਂ ਵੱਡੇ ਲੈਵਲ ਤੇ ਤੁਸੀਂ ਹੋਗੇ, ਧਰਮਸੋਤ ਜੀ ਹੋਗੇ, ਤੁਸੀਂ ਕਹਿੰਦੇ ਪਰਿਵਾਰਕ ਰਿਸ਼ਤੇ ਸਾਡੇ ਉਹੀ ਕਾਇਮ ਨੇ, ਫਿਰ ਲੋਕਾਂ ਨੂੰ ਅਪੀਲ ਕਰੋਗੇ ਕਿ ਲੀਡਰਾਂ ਦੇ ਪਿੱਛੇ ਲੱਗ ਕੇ ਨਾ ਲੜੋ। ਦੇਖੋ ਮੇਰੀ ਗੱਲ ਸੁਣੋ, ਅਸੀਂ ਤਾਂ ਥੱਲੇ ਬੇਸ਼ੱਕ ਤੁਸੀਂ ਲੜੀ ਜਾਓ, ਅਸੀਂ ਤਾਂ ਇੱਕ ਥਾਲੀ 'ਚ ਰੋਟੀ ਖਾਣੇ ਵਾਲੇ। ਨਹੀਂ ਵੱਡੇ ਛੋਟੇ ਦੀ ਮੇਰੀ ਗੱਲ ਸੁਣੋ ਯਾਰ। ਸਿਆਸਤ ਦੇ ਵਿੱਚ ਰਿਸ਼ਤੇ ਖਤਮ ਹੋ ਜਾਂਦੇ ਹੁੰਦੇ ਨੇ? ਮੈਨੂੰ ਆਹ ਗੱਲ ਦਾ ਦੱਸੋ। ਪਿੰਡਾਂ ਦੇ ਵਿੱਚ ਕਿੰਨੀਆਂ ਮਿਸਾਲਾਂ ਨੇ ਜਿਹੜੀਆਂ, ਤੁਸੀਂ ਪਿੰਡਾਂ ਦੇ ਵਿੱਚ ਬਾਈ ਜੀ ਮੇਰੇ ਨਾਲ ਚੱਲੋ, ਕਿੰਨੀਆਂ ਮਿਸਾਲਾਂ ਨੇ। ਇੱਕ ਭਰਾ ਜੇ ਦੂਜੀ ਪਾਰਟੀ ਦੇ ਵਿੱਚ ਆ, ਦੂਜਾ ਦੂਜੀ ਪਾਰਟੀ ਦੇ ਵਿੱਚ ਆ, ਤਾਂ ਆਪਸ ਦੇ ਵਿੱਚ ਬੋਲਦੇ ਨਹੀਂ ਹੈ ਕਿ ਤੂੰ ਮੇਰੀ ਪਾਰਟੀ ਦੇ ਵਿੱਚ ਨਹੀਂ। ਉਹ ਗਲਤ ਗੱਲ ਹੈ। ਅਪੀਲ ਕਰੋ ਲੋਕਾਂ ਨੂੰ ਕਿ ਬਾਈ ਆਪਣਾ ਭਾਈਚਾਰਕ ਯਾਰ ਤੁਸੀਂ ਦੇਖਿਓ, ਮੈਂ ਇਹ ਗੱਲ ਨੂੰ ਮੈਂ ਤੁਹਾਨੂੰ ਉਹੀ ਬੇਨਤੀ ਕਰ ਰਿਹਾ, ਇਹਨੂੰ ਸਿਆਸੀ ਰੰਗਤ ਦੇਣ ਦੀ ਲੋੜ। ਸਿਆਸੀ ਰੰਗ ਇੱਕ ਅਪੀਲ ਤਾਂ ਕਰ ਦੋ ਨਾ, ਨੈਸ਼ਨਲ ਪਾਰਟੀ ਦੇ ਨੁਮਾਇੰਦੇ ਹੋ, ਇੱਕ ਅਪੀਲ ਕਰ ਦੋ। ਮੈਂ ਨਹੀਂ, ਅਪੀਲ ਦੀ ਜਿਹੜੀ ਗੱਲ ਸੁਣੋ, ਇੱਕ ਰਿਸ਼ਤੇ ਨੂੰ ਖਤਮ ਕਰ ਸਕਦਾ ਬੰਦਾ? ਮੈਨੂੰ ਆਹ ਦੱਸੋ ਪਹਿਲਾਂ। ਕਾਫੀ ਹੋਏ ਨੇ। ਨਹੀਂ ਇਹ ਗੱਲ ਨਹੀਂ ਹੈ। ਦੇਖੋ ਰਿਸ਼ਤਾ ਰਿਸ਼ਤਾ ਹੀ ਹੁੰਦਾ, ਉਹਦਾ ਪਰਿਵਾਰਕ ਗੱਲ ਹੈ ਯਾਰ। ਪਾਰਟੀ ਅਲੱਗ ਗੱਲ ਹੈ। ਪਾਰਟੀ ਦਾ ਪ੍ਰਚਾਰ ਤਾਂ ਕਰਨਾ ਹੀ ਕਰਨਾ। ਪਾਰਟੀ ਦੇ ਇਹ ਤਾਂ ਸੰਦੇਸ਼ ਆ ਪਾਰਟੀ ਦਾ, ਘਰ ਘਰ ਪਹੁੰਚਾਉਣਾ। ਉਹ ਕੋਈ ਰੋਕ ਨਹੀਂ ਸਕਦਾ, ਇਹ ਪਹੁੰਚਾਵਾਂਗੇ। ਮੁੱਦੇ ਕੀ ਹੋਣਗੇ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਇਲੈਕਸ਼ਨ ਦੇ ਵਿੱਚ? ਬੜੇ ਮੁੱਦੇ ਨੇ ਪੰਜਾਬ ਦੇ ਵਿੱਚ। ਹੋਇਆ ਕੁਛ ਨਹੀਂ ਅਜੇ ਤਾਂ ਫਿਲਹਾਲ। ਅਜੇ ਬਹੁਤ ਕੁਛ ਹੋਣਾ। ਹੋਇਆ ਕੁਛ ਨਹੀਂ ਯਾਰ, ਅਜੇ ਬਹੁਤ ਕੁਛ ਹੋਣਾ। ਅਜੇ ਬਹੁਤ ਕੁਛ ਹੋਣਾ ਜਦੋਂ ਸੈਂਟਰ ਉੱਪਰ ਬੈਠਾ। ਨਹੀਂ ਮੁੱਦੇ ਤਾਂ ਦੱਸੋ ਨਾ, ਕਿ ਮੁੱਦੇ ਕੀ ਲੈ ਕੇ ਜਾਓਗੇ ਲੋਕਾਂ ਦੇ ਵਿੱਚ, ਜਿਨ੍ਹਾਂ ਮੁੱਦਿਆਂ ਨੂੰ ਦੇਖ ਕੇ ਲੋਕ ਤੁਹਾਨੂੰ ਵੋਟ ਪਾਉਣ। ਜੋ ਭਾਰਤ ਸਰਕਾਰ ਵੱਲੋਂ, ਨਰਿੰਦਰ ਮੋਦੀ ਜੀ ਵੱਲੋਂ, ਬੀਜੇਪੀ ਵੱਲੋਂ ਮੈਨੀਫੈਸਟੋ ਤਿਆਰ ਹੋਵੇਗਾ, ਉਹਦੇ ਆਧਾਰ 'ਤੇ ਅਸੀਂ ਲੋਕਾਂ ਤੱਕ ਮੈਸੇਜ ਪਹੁੰਚਾਵਾਂਗੇ। ਹਾਲੇ ਤੱਕ ਫਿਰ ਕੋਈ ਮੁੱਦਾ ਤੁਸੀਂ ਨੇ ਡਿਸਾਈਡ ਨਹੀਂ ਕੀਤਾ ਕਿ ਇਸ ਮੁੱਦਿਆਂ ਨੂੰ ਲੈ ਕੇ ਇਲੈਕਸ਼ਨ ਲੜਨਾ? 1-2 ਦਿਨਾਂ ਦੇ ਵਿੱਚ ਆਹ ਟਿਕਟਾਂ ਕਲੀਅਰ ਹੋ ਜਾਣੀਆਂ ਨੇ। ਠੀਕ ਹੈ ਜੀ। ਉਸ ਤੋਂ ਬਾਅਦ ਨਾਲ ਦੀ ਨਾਲ ਚੋਣ ਮੈਨੀਫੈਸਟੋ ਤੋਂ ਬਾਅਦ ਅਸੀਂ ਘਰ ਘਰ ਪ੍ਰਚਾਰ ਕਰਾਂਗੇ। ਉਸ ਚੀਜ਼ ਨੂੰ ਅਵੋਇਡ ਕਰਾਂਗੇ, ਲੋਕਾਂ ਤੱਕ ਪਹੁੰਚਾਵਾਂਗੇ ਜੀ। ਇਲਜ਼ਾਮ ਬਾਈ ਬੀਜੇਪੀ ਤੇ ਹੋਰ ਬੜੇ ਲੱਗਦੇ ਨੇ, ਕਹਿੰਦੇ ਕਿ ਜੇ ਪੰਜਾਬ ਦੇ ਵਿੱਚ ਬੀਜੇਪੀ ਜਿੱਤ ਸਕਦੀ ਆ, ਸਿਰਫ EVM ਦੇ ਵਿੱਚ ਸੈਟਿੰਗ ਕਰਕੇ ਜਿੱਤ ਸਕਦੀ ਹੈ। ਕਹਿੰਦੇ ਵੈਸੇ ਤਾਂ ਜਿੱਤ ਨਹੀਂ। ਯਾਰ ਬਹੁਤ ਗਲਤ ਗੱਲ ਹੈ। ਇਹ ਲੋਕਾਂ ਦੇ ਜਿਹੜੇ ਪੋਲੀਟੀਕਲ ਬੰਦੇ ਗੱਲਾਂ ਕਰਦੇ ਨੇ, ਇਹ ਉਹਨਾਂ ਦੀ ਸੋਚ ਗਲਤ ਹੈ। ਸੋਚ ਮੈਂ ਸਮਝਦਾ। ਅੱਜ ਇੱਥੇ ਨਾ ਤੁਹਾਨੂੰ ਮੈਂ ਛੋਟੀ ਜਿਹੀ ਗੱਲ ਦੱਸਦਾ। ਸਾਡੇ ਬਸੀ ਪਠਾਣਾ ਦੇ ਵਿੱਚ ਸਾਰੀਆਂ ਪਾਰਟੀਆਂ ਨੂੰ ਬੁਲਾਇਆ ਗਿਆ ਵੀ ਆ ਕੇ ਤੁਸੀਂ ਮਸ਼ੀਨਾਂ ਨੂੰ ਚੈੱਕ ਕਰੋ। ਠੀਕ ਹੈ ਜੀ। ਉਹਨਾਂ ਮਸ਼ੀਨਾਂ ਨੂੰ ਚੈੱਕ ਕਰੋ, ਜੇ ਤੁਹਾਡੀ ਸਹਿਮਤੀ ਹੈ ਫਿਰ ਉਹਨੂੰ ਸੀਲਡ ਕਰੋ। ਦੱਸੋ ਮੈਨੂੰ, ਉਹ ਇੱਕ ਗੱਲਾਂ ਨੇ, ਅਫਵਾਹਾਂ ਹੁੰਦੀਆਂ ਨੇ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਲੋਕਾਂ ਨੇ ਫਤਵਾ ਦੇਣਾ। ਹੁਣ ਲੋਕਾਂ ਨੇ ਮਨ ਬਣਾ ਚੁੱਕੇ ਨੇ ਲੋਕ ਵੀ ਬੀਜੇਪੀ ਹੀ ਹੈ ਇੱਕ ਪੰਜਾਬ ਦੇ ਵਿੱਚ ਜੋ ਸਾਡੇ ਸੂਬੇ ਨੂੰ ਵਿਕਸਿਤ ਕਰ ਸਕਦੀ ਹੈ, ਵਿਕਾਸ ਕਰ ਸਕਦੀ ਹੈ ਸਾਡੇ ਸੂਬੇ ਦਾ। ਮੁਕਾਬਲਾ ਕਿਹੜੀ? ਕਿਉਂਕਿ ਆਮ ਆਦਮੀ ਪਾਰਟੀ ਲਗਾਤਾਰ ਦਾਅਵੇ ਕਰ ਰਹੀ ਹੈ ਕਿ ਅਸੀਂ ਪੰਜਾਬ ਦੇ ਵਿੱਚ ਸਰਕਾਰ ਬਣਾ ਰਹੇ ਹਾਂ। ਕਾਂਗਰਸ ਕਹਿ ਰਹੀ ਹੈ ਕਿ ਚੰਨੀ ਸਾਹਿਬ ਨੇ ਬਹੁਤ ਵਿਕਾਸ ਕੀਤਾ, ਪਹਿਲਾਂ ਬਹੁਤ ਵਿਕਾਸ ਹੋਇਆ, ਅਸੀਂ ਪੰਜਾਬ ਦੇ ਵਿੱਚ ਆ ਰਹੇ ਹਾਂ। ਭਾਰਤੀ ਜਨਤਾ ਪਾਰਟੀ ਦਾ ਮੁਕਾਬਲਾ ਕੀਤਾ। ਤੁਸੀਂ ਮੈਨੂੰ ਇੱਕ ਗੱਲ ਦੱਸੋ, ਮੈਨੂੰ ਪੰਜਾਬ ਦੀ ਗੱਲ ਕਰ ਰਹੇ ਹੋ ਮੇਰੇ ਨਾਲ ਕਿ ਹਲਕੇ ਦੀ ਗੱਲ ਕਰ ਰਹੇ ਹੋ? ਆਹ ਦੱਸੋ ਮੈਨੂੰ। ਆਲ ਪੰਜਾਬ ਦੇ ਵਿੱਚ ਸਰਕਾਰ ਦੀ ਮੈਂ ਗੱਲ ਕਰਾਂ। ਮੈਂ ਜੇ ਆਲ ਪੰਜਾਬ ਦੀ ਗੱਲ ਕਰ ਰਹੇ, ਮੈਂ ਤੁਹਾਨੂੰ ਦੱਸ ਗਿਆ ਨਾ, ਬੀਜੇਪੀ ਸਰਕਾਰ ਬਣਾਵੇਗੀ। ਨਹੀਂ, ਮੁਕਾਬਲਾ ਕਿਹਦੇ ਨਾਲ ਆ? ਬੀਜੇਪੀ ਸਰਕਾਰ ਬਣਾਊਗੀ ਤੁਸੀਂ ਕਹਿ ਰਹੇ ਹੋ, ਪਰ ਮੁਕਾਬਲਾ ਹੁੰਦਾ ਇੱਕ, ਮੁਕਾਬਲਾ ਕਿਸ ਦੇ ਨਾਲ? ਦੇਖੋ ਜਿਹੜੀ ਕਾਂਗਰਸ ਸਰਕਾਰ ਆ ਉਹ ਤਾਂ ਫੇਲ ਸਾਬਤ ਹੋ ਚੁੱਕੀ ਹੈ। ਉਹ ਤਕਰੀਬਨ ਫੇਲ ਹੈ ਜੀ। ਇਹ ਮੁਕਾਬਲਾ ਮੈਂ ਸਮਝਦਾ ਹਾਂ ਸਾਡਾ ਛੇਤੀ ਦਾ ਕਿਸੇ ਨਾਲ ਹੈ ਨਹੀਂ। ਠੀਕ ਹੈ ਜੀ। ਸਰਕਾਰ ਬਣਾਵੇਗੀ ਬੀਜੇਪੀ।
ਮੁਕਾਬਲਾ ਵੀ ਨਹੀਂ ਮੰਨਦੇ ਕਿਸੇ ਨੇ ਕੀ ਮੁਕਾਬਲਾ ਕੀ ਮੰਨੀਏ? ਉਹ ਤਾਂ ਕਹਿੰਦੇ ਅਰਵਿੰਦ ਕੇਜਰੀਵਾਲ ਤਾਂ ਕਹਿ ਰਹੇ ਨੇ, ਕਹਿੰਦੇ ਕਿ ਦਿੱਲੀ ਮਾਡਲ ਦੇ ਨਾਲ ਅਸੀਂ ਸਰਕਾਰ ਬਣਾ ਰਹੇ ਹਾਂ, ਦਿੱਲੀ ਮਾਡਲ ਲੋਕਾਂ ਦੇ ਸਾਹਮਣੇ ਪੇਸ਼ ਕਰ ਰਹੇ ਹਾਂ, ਅਸੀਂ ਨੇ ਦਿੱਲੀ ਦੇ ਵਿੱਚ ਐਜੂਕੇਸ਼ਨ ਵਧੀਆ ਕਰਤੀ। ਉਹ ਕਹਿ ਰਹੇ ਨੇ ਅਸੀਂ ਦਿੱਲੀ ਦੇ ਵਿੱਚ ਹੈਲਥ ਸਿਸਟਮ ਵਧੀਆ ਕਰਤਾ। ਉਹ ਕਹਿੰਦੇ ਦਿੱਲੀ ਮਾਡਲ ਦੇ ਸਿਰ 'ਤੇ ਅਸੀਂ ਬਣਾ ਰਹੇ ਹਾਂ ਸਰ। 1 ਮਹੀਨੇ 'ਚ ਮੈਂ 20 ਵਾਰ ਦਿੱਲੀ ਗਿਆ। 1 ਮਹੀਨੇ 'ਚ 20 ਵਾਰ ਦਿੱਲੀ ਗਿਆ। ਤੁਸੀਂ ਸੜਕਾਂ ਘੁੰਮੀਆਂ ਨੇ, ਅੱਗੇ ਪਿੱਛੇ ਗਏ ਹੋ? ਅੱਗੇ ਪਿੱਛੇ ਵੀ ਜਾਓ। ਜਿਹੜੇ ਮੁਹੱਲੇ 'ਚ ਜਿਉ ਰਹੇ ਨੇ, ਬੜਾ ਮੁਸ਼ਕਲ ਜੀਵਨ ਬਤੀਤ ਕਰ ਰਹੇ ਨੇ। ਮੁਹੱਲਾ ਕਲੀਨਿਕ ਨੇ ਬੁਰੇ ਹਾਲ ਨੇ, ਡੰਗਰ ਰਹਿ ਰਹੇ ਨੇ ਉੱਥੇ। ਜਾ ਕੇ ਤਾਂ ਦੇਖੋ ਯਾਰ, ਇਹ ਤਾਂ ਗੱਲਾਂ ਨੇ, ਗੱਲਾਂ ਕਰਨ ਸਿਖਾਲੀਆਂ, ਔਖੇ ਪਾਲਣੇ ਬੋਲ। ਠੀਕ ਹੈ ਜੀ। ਦਿੱਲੀ ਦਾ ਬੜਾ ਬੁਰਾ ਹਾਲ ਹੈ। ਅਗਲੇ ਪਿਛਲੇ ਕਲੋਨੀ ਦੇ ਵਿੱਚ ਬਹੁਤ, ਮੈਂ ਕਹਿੰਦਾ ਇਹ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਗੱਲ ਹੈ। ਪੰਜਾਬ ਦੇ ਲੋਕ ਜਾਣਦੇ ਨੇ ਸਾਰਾ ਕੁਛ, ਨਹੀਂ ਗੁੰਮਰਾਹ ਹੁੰਦੇ। ਦਿੱਲੀ ਵਾਲੇ ਨੇ, ਪੰਜਾਬ ਦੇ ਲੋਕ ਪੰਜਾਬ ਦੇ ਨੇ। ਪੰਜਾਬ ਦੇ ਵਿੱਚ ਝਾੜੂ ਨੂੰ 10 ਤੋਂ 12 ਸੀਟਾਂ ਆਉਣੀਆਂ ਨੇ। ਲਿਖ ਲਓ ਮੇਰੀ ਗੱਲ, ਔਨ ਰਿਕਾਰਡ ਆ। 10 ਤੋਂ 12। ਬਾਈ ਜੀ ਲਾਸਟ ਸਵਾਲ ਆ ਕਿ ਕਾਂਗਰਸ ਦੇ ਵਿੱਚੋਂ ਟਿਕਟ ਨਾ ਮਿਲਣ ਕਰਕੇ ਨਾਰਾਜ਼ ਹੋ ਕੇ ਤੁਸੀਂ ਬੀਜੇਪੀ ਦੇ ਵਿੱਚ ਆਉਂਦੇ ਹੋ। ਜੇ ਕਿਤੇ ਬੀਜੇਪੀ ਵੀ ਟਿਕਟ ਨਹੀਂ ਦਿੰਦੀ ਕਿਸੇ ਹੋਰ ਪਾਰਟੀ 'ਚ ਜਾਂ ਫਿਰ ਬੀਜੇਪੀ 'ਚ? ਪਾਰਟੀ ਦਾ ਝੰਡਾ ਬੁਲੰਦ ਰੱਖਾਂਗੇ। ਪਾਰਟੀਆਂ ਸਾਰੀ ਜ਼ਿੰਦਗੀ ਥੋੜ੍ਹੀ ਬਦਲੀ ਜਾਣੀਆਂ ਨੇ ਮਿੱਤਰਾ। ਇਹਦਾ ਧੋਖਾ ਕੀਤਾ ਐਨ ਮੌਕੇ 'ਤੇ ਜਾ ਕੇ। ਪੈਨਲ ਦੇ ਵਿੱਚ ਨਾਮ ਹੋਵੇ, ਐਨ ਮੌਕੇ 'ਤੇ ਜਾ ਕੇ ਟਿਕਟ ਕੱਟੀ ਜਾਵੇ। ਕਿਸ ਨੇ ਕਟਵਾਇਆ ਹੈ? ਉਹ ਛੱਡੋ ਯਾਰ ਤੁਸੀਂ ਇਹ ਗੱਲ ਨੂੰ। ਕਿਸੇ ਨੇ ਤਾਂ ਕਟਵਾਇਆ ਹੋਣਾ। ਜੇ ਕਟਵਾਇਆ ਫਿਰ ਇਹਦਾ ਖਮਿਆਜਾ ਭੁਗਤ ਲੈਣਗੇ ਯਾਰ। ਆਉਣ ਵਾਲੇ 2022 ਦੇ ਵਿੱਚ ਭੁਗਤਣਗੇ ਖਮਿਆਜਾ। ਚਿੰਤਾ ਨਾ ਕਰੋ। ਕਿਸ ਨੇ ਕਟਵਾਇਆ ਨਾ, ਚਿੰਤਾ ਨਾ ਕਰੋ। 15 ਤੋਂ 20 ਹਜ਼ਾਰ ਤੇ ਹਰਾ ਕੇ ਭੇਜਾਂਗੇ ਜੀ ਕਾਂਗਰਸ ਦੇ ਐਮਐਲਏ ਨੂੰ, ਕੈਂਡੀਡੇਟ ਨੂੰ। ਚਿੰਤਾ ਨਾ ਕਰੋ, ਗੁਰੂ ਕਿਰਪਾ ਕਰਨ, ਬੇਫਿਕਰ ਰਹੋ। ਬਹੁਤ ਧੰਨਵਾਦ ਬਾਈ। ਥੈਂਕ ਯੂ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸੋ ਦੋਸਤੋ, ਮੰਤਰੀ ਸਾਧੂ ਸਿੰਘ ਧਰਮਸੋਤ ਦੇ ਜਵਾਈ ਜੋ ਪਿਛਲੇ ਦਿਨੀ ਬੀਜੇਪੀ ਦੇ ਵਿੱਚ ਸ਼ਾਮਲ ਹੁੰਦੇ ਨੇ, ਵੱਡੇ ਦਾਅਵੇ ਕੀਤੇ ਨੇ ਕਿ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਜਿਹੜੀ ਆ ਸਰਕਾਰ ਬਣਾ ਰਹੀ ਆ। ਕਾਂਗਰਸ ਦੇ ਵਿੱਚ ਵੱਡੇ ਇਲਜ਼ਾਮ ਲਗਾਏ ਨੇ ਕਿ ਮੇਰੀ ਟਿਕਟ ਇੱਕ ਵਾਰੀ ਕਨਫਰਮ ਹੋ ਗਈ ਸੀ, ਉਹ ਕਿਸੇ ਨਾ ਕਿਸੇ ਕਾਰਨ ਇਹਨਾਂ ਨੇ ਕਟਵਾਈ ਗਈ ਆ, ਸਾਜ਼ਿਸ਼ ਦੇ ਤਹਿਤ ਕੱਟੀ ਗਈ ਆ। ਵੱਡਾ ਦਾਅਵਾ ਕੀਤਾ ਕਿ ਗੁਰਪ੍ਰੀਤ ਸਿੰਘ ਜੀਪੀ ਬਸੀ ਪਠਾਣਾ ਹਲਕੇ ਤੋਂ 15 ਤੋਂ 20 ਹਜ਼ਾਰ ਵੋਟ 'ਤੇ ਹਾਰ ਰਹੇ ਨੇ। ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਭਾਰੀ ਬਹੁਮਤ ਦੇ ਨਾਲ ਸਰਕਾਰ ਬਣਾ ਰਹੀ ਆ। ਇਹਨਾਂ ਦੇ ਦਾਅਵਿਆਂ ਦੇ ਵਿੱਚ ਕਿੰਨੀ ਸੱਚਾਈ ਆ, ਖੈਰ ਉਹ ਤਾਂ 10 ਮਾਰਚ ਤੋਂ ਬਾਅਦ ਪਤਾ ਲੱਗ ਜਾਣਾ ਹੈ। ਬਾਕੀ ਤੁਸੀਂ ਇਹਨਾਂ ਦੇ ਵਿਚਾਰਾਂ ਦੇ ਨਾਲ ਕਿੰਨੀ ਸਹਿਮਤੀ ਰੱਖਦੇ ਹੋ, ਕਮੈਂਟ ਬਾਕਸ ਦੇ ਰਾਹੀਂ ਸਾਨੂੰ ਆਪਣੀ ਰਾਏ ਜ਼ਰੂਰ ਦਿਓ। ਪੰਜਾਬੀ ਲੋਕ ਚੈਨਲ ਦੇਖਦੇ ਰਹੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।